ਸ਼ਲੋਕ ਮਹੱਲਾ ਤੀਜਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਜੇ ਸਤਿਗੁਰ ਭਾਵੈ ਸੋ ਮੰਨ ਲੈਨ, ਸਈ ਕਰਮ ਕਰੇਨ। ਬਾਣੀਆਂ ਕਹਾਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟ ਬ੍ਰਹਮੰਡਾਂ ਦੇ ਮਾਲਕ, ਜੁਗੋ ਜੁਗੀ ਅਟਲ ਸ਼ਬਦਾ ਅਵਤਾਰ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਦੇ ਵਿੱਚ ਜੁੜਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਬੜੇ ਪਿਆਰ ਅਰ ਸਤਿਕਾਰ ਦੇ ਨਾਲ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਸਤਿਗੁਰਾਂ ਦੀ ਪਵਿੱਤਰ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਵਿਆਖਿਆ ਸੋ ਸਰਵਣ ਕਰਕੇ ਲਾਹ ਪ੍ਰਾਪਤ ਕਰੋ ਜੀ। ਇੱਕ ਵਾਰ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸ਼ਲੋਕ ਮਹੱਲਾ ਤੀਜਾ। ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ। ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੀਜੇ ਪਾਤਸ਼ਾਹ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣਿਆਵੈ। ਤਿੰਨਾਂ ਦੇ ਚਰਨ ਕਮਲਾਂ ਪਾਸ ਸਿੱਖਾਂ ਨੇ ਬੇਨਤੀ ਕੀਤੀ ਕਿ ਸਤਿਗੁਰੂ ਜੀ, ਦੂਜੇ ਪਾਤਸ਼ਾਹ ਜੀ ਨੇ ਪਹਿਲੇ ਸਤਿਗੁਰਾਂ ਦੀ ਖਡੂਰ ਸਾਹਿਬ ਬੈਠ ਕੇ ਭਾਈ ਬਾਲਾ ਜੀ ਦੇ ਪਾਸੋਂ ਜੀਵਨ ਕਥਾ ਸੁਣੀ ਅਤੇ ਦੂਸਰੇ ਪਾਤਸ਼ਾਹ ਜੀ ਨੇ ਉਹ ਜੀਵਨ ਕਥਾ ਜਨਮ ਸਾਖੀ ਵਿੱਚ ਲਿਖਵਾਈ। ਇਉਂ ਪਹਿਲੇ ਸਤਿਗੁਰਾਂ ਦੇ ਕੀਤੇ ਪਰਉਪਕਾਰ ਰਹਿੰਦੀ ਦੁਨੀਆ ਤੱਕ ਚੇਤੇ ਆਉਂਦੇ ਰਹਿਣਗੇ। ਸਿੱਖਾਂ ਦੇ ਬਚਨ ਸੁਣ ਕੇ ਤੀਜੇ ਪਾਤਸ਼ਾਹ ਨੇ ਇਹ ਪਾਵਨ ਸ਼ਲੋਕ ਉਚਾਰਿਆ ਕਿ ਬਾਣੀਆਂ ਕਹਾਣੀਆਂ ਜਿਹੜੀਆਂ ਬਾਬੇ ਸਤਿਗੁਰੂ ਨਾਨਕ ਦੇਵ ਜੀ ਦੀਆਂ ਕੌਡੇ ਰਾਖਸ਼ ਸੱਜਣ ਠੱਗ ਆਦਿਕ ਨੂੰ ਉਤਾਰਨ ਵਾਲੀਆਂ ਕਥਾ ਕਹਾਣੀਆਂ ਨੇ, ਸੋ ਪੁੱਤ ਸਪੁੱਤ ਕਰੇਨ, ਪੁੱਤਰਾਂ ਦੇ ਵਿੱਚੋਂ ਸਪੁੱਤਰ ਸ੍ਰੀ ਗੁਰੂ ਅੰਗਦ ਦੇਵ ਜੀ ਉਚਾਰਨ ਕਰਦੇ ਹਨ। ਇਸੇ ਪ੍ਰਕਾਰ ਬਾਣੀਆਂ ਕਹਾਣੀਆਂ ਜੋ ਸਤਿਗੁਰੂ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀ ਕਥਾ ਕਹਾਣੀਆਂ ਨੂੰ ਪੁੱਤ ਸਪੁੱਤ ਕਰੇਨਾ। ਪੁੱਤਰਾਂ ਦੇ ਵਿੱਚੋਂ ਜੋ ਸ੍ਰੇਸ਼ਟ ਪੁੱਤਰ ਭਾਵ ਉੱਤਮ ਅਧਿਕਾਰੀ ਨੇ ਉਹ ਪੜ੍ਹਨਾ ਸੁਣਨਾ ਕਰਦੇ ਹਨ। ਅਸਲ ਦੇ ਵਿੱਚ ਜੋ ਗੁਰਮਤਿ ਗਿਆਨ ਹੈ ਪੁਰਾਣੇ ਸਮੇਂ ਤੋਂ ਗੁਰਦੁਆਰਿਆਂ ਵਿੱਚ ਸੰਤਾਂ ਮਹਾਂਪੁਰਖਾਂ ਦੇ ਆਸ਼ਰਮਾਂ 'ਤੇ ਚੱਲਦਾ ਆ ਰਿਹਾ ਹੈ। ਜਿੱਥੋਂ ਤੱਕ ਮੈਨੂੰ ਸਮਝ ਆਈ ਹੈ ਉਹ ਕਿਉਂਕਿ ਇਹ ਜੋ ਪਾਵਨ ਗੁਰਮਤਿ ਗਿਆਨ ਹੈ ਇਸ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਪ੍ਰਕਾਸ਼ ਚਾਹੀਦਾ। ਤਾਂ ਹੀ ਸਾਨੂੰ
ਜਾਂਚ ਆਊਗੀ ਕਿ ਅਰਦਾਸ ਕਿਵੇਂ ਕਰਨੀ, ਹੁਕਮਨਾਮਾ ਕਿਵੇਂ ਲੈਣਾ। ਅਤੇ ਫਿਰ ਜਦ ਮਹਾਂਪੁਰਖ ਕਥਾ ਕਰਨਗੇ ਗੁਰੂ ਸਾਹਿਬ ਦੀ ਹਜ਼ੂਰੀ 'ਚ, ਅਤੇ ਤਾਂ ਹੀ ਸਰਵਣ ਕੀਤੀ ਜਾਊਗੀ। ਇਹ ਜੋ ਪਰਫੋਰਮੈਂਸ ਹੈ ਇਹ ਕਮਰੇ ਦੇ ਵਿੱਚ ਜਾਂ ਸਕੂਲਾਂ ਕਾਲਜਾਂ 'ਤੇ ਡੈਕਸਾਂ ਪਰ ਨਹੀਂ ਦਿੱਤੀ ਜਾ ਸਕਦੀ। ਇਹ ਕੇਵਲ ਅਤੇ ਕੇਵਲ ਗੁਰਦੁਆਰਿਆਂ ਵਿੱਚ ਹੀ ਗਿਆਨ ਪ੍ਰਾਪਤ ਹੋ ਸਕਦਾ ਹੈ। ਇਸ ਲਈ ਪੁਰਾਤਨ ਗੁਰਸਿੱਖਾਂ ਦੇ ਪਾਸੋਂ ਗੁਰਬਾਣੀ ਦੀ ਸੰਥਿਆ ਕਰਦੇ। ਸੰਥਿਆ ਕਰਨ ਲਈ ਇਹ ਕੰਪਲਸਰੀ ਹੈ ਕਿ ਸਾਡੇ ਪੈਰੀਂ ਜੋੜੇ ਅਤੇ ਜਰਾਬਾਂ ਨਹੀਂ ਹੋਣੇ ਚਾਹੀਦੇ। ਉਸ ਤੋਂ ਬਾਅਦ ਹੱਥ ਮੂੰਹ ਧੋਤਾ ਹੋਣਾ ਚਾਹੀਦਾ। ਤੋ ਜੋ ਸਕੂਲਾਂ ਕਾਲਜਾਂ ਦੇ ਵਿੱਚ ਬੂਟ ਜਰਾਬਾਂ, ਟਾਈ ਸ਼ਾਈ, ਡੈਕਸਾਂ 'ਤੇ ਬੈਠਣਾ, ਤੁਸੀਂ ਦੱਸੋ ਕਿ ਗੁਰੂ ਦੀ ਬਾਣੀ ਦਾ ਸਤਿਕਾਰ ਕਿਵੇਂ ਰਹੇਗਾ। ਤੋ ਇਸ ਲਈ ਇਹ ਜ਼ਰੂਰੀ ਹੈ ਕਿ ਇਸ ਗਿਆਨ ਦੀ ਪ੍ਰਾਪਤੀ ਵਾਸਤੇ ਗੁਰੂ ਘਰ ਜਾਂ ਮਹਾਂਪੁਰਖਾਂ ਦਾ ਜੋ ਅਸਥਾਨ, ਜਿੱਥੇ ਗੁਰੂ ਸਾਹਿਬ ਦੀ ਮਰਿਆਦਾ ਹੋਵੇ, ਉਸ ਸਥਾਨ 'ਤੇ ਬੈਠ ਕੇ ਹੀ ਪ੍ਰਾਪਤ ਕੀਤਾ ਜਾਏ। ਅੱਜ ਕੱਲ੍ਹ ਦੇ ਜੋ ਵਿਦਵਾਨ ਹਨ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਵਿੱਚ ਬੈਠ ਕੇ ਪੜ੍ਹਾਈਆਂ ਪੜ੍ਹਦੇ ਨੇ। ਪੜ੍ਹਾਉਣ ਵਾਲੇ ਵੀ ਵੈਸੇ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਨਾ ਤਾਂ ਪੜ੍ਹਾਉਣ ਵਾਲੇ 5 ਬਾਣੀਆਂ ਦਾ ਪਾਠ ਪੜ੍ਹਦੇ, ਯਾਨੀ ਨਿਤਨੇਮ ਕਿਸੇ ਦਾ ਵੀ ਨਹੀਂ ਹੈ। ਪਹਿਲੀ ਗੱਲ ਹੀ ਕਮਾਈ ਤੋਂ ਸ਼ੁਰੂ ਹੁੰਦੀ ਹੈ। ਜਿਸ ਨੇ ਇਸ ਕਲਾਸ ਦਾ ਵਿਦਿਆਰਥੀ ਬਣਨਾ, ਉਹ ਘੱਟੋ ਘੱਟ ਆਪ ਨਿਤਨੇਮੀ ਹੋਵੇ, ਅਤੇ ਉਹ ਪੜ੍ਹਾਉਣ ਵਾਲੇ ਨੂੰ, ਪੜ੍ਹਨ ਵਾਲੇ ਨੂੰ ਨਿਤਨੇਮ ਕਰਨ ਬਾਰੇ ਕਿਵੇਂ ਕਹਿ ਸਕਦੇ ਨੇ। ਤੋ ਅੱਜ ਕੱਲ੍ਹ ਦੀ ਜੋ ਪੜ੍ਹਾਈ ਹੈ ਉਹ ਤਰਕ 'ਤੇ ਟਿਕੀ ਹੋਈ ਹੈ ਕਿ ਆ ਇੰਜ ਕਿਵੇਂ ਹੋਇਆ, ਕਿਉਂ ਲਿਖਿਆ। ਗੁਰਦੁਆਰੇ ਦਾ ਗਿਆਨ ਸ਼ਰਧਾ ਸੰਯੁਕਤ ਹੈ। ਜੇ ਪਾਵਨ ਸ੍ਰੀ ਲਹਿਣਾ ਜੀ ਇਹੀ ਸੋਚੀ ਜਾਂਦੇ ਵੀ ਇੰਜ ਕਿਉਂ ਗੁਰੂ ਸਾਹਿਬ ਨੇ ਆਖਿਆ, ਮੈਂ ਇੰਜ ਕਿਉਂ ਕਰਾਂ, ਤਾਂ ਉਹ ਕਸਵੱਟੀ 'ਤੇ ਪੂਰੇ ਨਹੀਂ ਸਨ ਉਤਰ ਸਕਦੇ। ਉਹਨਾਂ ਸ਼ਰਧਾ ਸਹਿਤ ਗੁਰੂ ਸਾਹਿਬ ਜੀ ਦੇ ਬਚਨਾਂ ਨੂੰ, ਹੁਕਮਾਂ ਨੂੰ ਆਪਦੀ ਝੋਲੀ ਵਿੱਚ ਪਵਾਇਆ। ਸੋ ਇਸ ਵਾਸਤੇ ਜੋ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਗੁਰ ਇਤਿਹਾਸ ਦੀ ਕਥਾ ਵਿਚਾਰ ਲਿਖੀ ਹੈ, ਅੱਜ ਕੱਲ੍ਹ ਦੇ ਵਿਦਵਾਨ ਇਸ ਦਾ ਖੰਡਨ ਕਰਦੇ ਨੇ। ਹੋਰ ਜਿਹੜੇ ਇਤਿਹਾਸ ਨੇ ਉਹਨਾਂ ਦਾ ਭਾਵ ਹੈ ਕਿ ਆਪਾਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਅਸੀਂ ਵੀ ਗੁਰੂ ਗ੍ਰੰਥ ਸਾਹਿਬ ਨੂੰ ਹੀ ਹਾਂ। ਇਹ ਗੱਲ ਸਹੀ ਹੈ ਕਿ ਇਤਿਹਾਸ ਸਹੀ ਤਰੀਕੇ ਨਾਲ ਸਾਡੇ ਤੱਕ ਨਹੀਂ ਪਹੁੰਚਿਆ, ਕਿਉਂਕਿ ਅਸੀਂ ਗੁਲਾਮ ਰਹੇ ਹਾਂ। ਮੁਸਲਮਾਨ ਗੋਰਿਆਂ ਨੇ ਬੜਾ ਕੁਛ ਕੀਤਾ ਹੈ। ਗੋਰਿਆਂ ਦੀ ਤਾਂ ਇਹੀ ਰਾਜਨੀਤੀ ਸੀ ਕਿ ਇਹਨਾਂ ਦੇ ਇਤਿਹਾਸ ਨੂੰ ਵਿਗਾੜਿਆ ਜਾਏ, ਪਰ ਜੋ ਇਤਿਹਾਸ ਗੁਰੂ ਦੀ ਬਾਣੀ ਦੇ ਮੁਤਾਬਕ ਹੈ ਉਹ ਸਹੀ ਹੈ। ਜਿਹੜੀ ਸਾਖੀ, ਜੋ ਇਤਿਹਾਸ ਦੀ ਕਥਾ ਮਹਾਰਾਜ ਦੀ ਪੰਕਤੀ ਮੁਤਾਬਕ, ਗੁਰੂ ਦੀ ਬਾਣੀ ਮੁਤਾਬਕ ਸਹੀ ਢੁੱਕਦੀ ਹੈ, ਉਹ 'ਤੇ ਸ਼ਰਧਾ ਕਰਨੀ ਚਾਹੀਦੀ ਹੈ। ਤੋ ਇਸ ਲਈ ਸਾਖੀਆਂ ਸੁਣ ਕੇ ਮਨ ਵਿੱਚ ਪਿਆਰ ਉਪਜਦਾ ਹੈ। ਕਈ ਕਹਿੰਦੇ ਜੀ ਗੁਰਬਾਣੀ ਦੀ ਕਥਾ ਵਿੱਚ ਇਤਿਹਾਸ ਦੀ ਸਾਖੀ ਨਹੀਂ ਸੁਣਾਉਣੀ ਚਾਹੀਦੀ। ਤਾਂ ਗੁਰਬਾਣੀ ਵਿੱਚ ਗੁਰੂਆਂ ਦੀਆਂ, ਭਗਤਾਂ ਦੀਆਂ ਆਪਣੀਆਂ ਸਾਖੀਆਂ ਲਿਖੀਆਂ ਹੋਈਆਂ ਨੇ। ਜਦ ਆਪਾਂ ਗੌੜੀ ਦੀ ਪਹਿਲੀ ਵਾਰ ਪੜ੍ਹਦੇ ਹਾਂ, ਉਹਦੇ ਵਿੱਚ ਤਪਾ ਨਾ ਹੋਵੇ ਅੰਦਰੋਂ ਲੋਭੀ, ਨਿਤ ਮਾਇਆ ਨੂੰ ਫਿਰਜ ਜਮਾਲਿਆ, ਸਤਿ ਦੀ ਭਿਖਿਆ ਲਏ ਨਾਹੀ, ਪਿੱਛੋਂ ਦੇ ਪਛਤਾਈ ਕਹਿ ਆਣ ਤਪੈ ਪੁੱਤ ਵਿੱਚ ਬਹਾਲਿਆ। ਇਹ ਸਾਖੀ ਹੋਈ ਤਾਂ ਹੈ ਵੀ ਇੱਕ ਤਪਾ ਹੁੰਦਾ ਸੀਗਾ, ਇੱਕ ਤਾਂ ਖਡੂਰ ਸਾਹਿਬ 'ਚ ਹੁੰਦਾ ਸੀ, ਇੱਕ ਗੁਰੂ ਅਮਰਦਾਸ ਜੀ ਦੇ ਵੇਲੇ ਗੋਇੰਦਵਾਲ ਸਾਹਿਬ 'ਚ ਸੀਗਾ। ਇਹ ਗੋਇੰਦਵਾਲ ਵਾਲੇ ਤਪੇ ਦੀ ਗੱਲ ਹੈ, ਉਹ ਈਰਖਾਲੂ ਸੀਗਾ। ਤੋ ਇਸ ਤਰ੍ਹਾਂ ਹੋਰ ਬੜੇ ਬਚਨ, ਸੇਖਾ ਚੋ ਚੱਕਿਆ ਚੋ ਵਾਇਆ, ਇਹੋ ਮਨਿਕਤ ਕਰਿਆਣ, ਇਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸ਼ੇਖਾਂ ਦੇ ਮੁੰਡੇ
ਗੁਲੇਲੇ ਮਾਰ ਕੇ ਸਿੱਖਾਂ ਦੇ ਪਾਣੀ ਦੇ ਘੜੇ ਭੰਨਦਿਆ ਕਰਦੇ ਹਨ, ਸਾਖੀ ਤਾਂ ਹੈ। ਫਿਰ ਬਸੰਤ ਰਾਗ ਦੇ ਵਿੱਚ ਵੀ ਸਾਰੀਆਂ ਸਾਖੀਆਂ ਭਗਤਾਂ ਦਾ ਜ਼ਿਕਰ ਹੈ। ਸੁਣ ਸਾਖੀ ਮਨ ਜਪ ਪਿਆਰ, ਅਜਾ ਮਨ ਉਧਰਿਆ ਕਹਿ ਇੱਕ ਬਾਰ, ਬਾਲਮੀਕਿਆ ਹੁਆ ਸਾਧ ਸੰਗ, ਤਰੁਖੋਂ ਮਿਲਿਆ ਹਰ ਨਿਸੰਗ। ਇਹ ਭਗਤਮਾਲ ਗ੍ਰੰਥ ਦੀਆਂ ਸਾਖੀਆਂ ਹੀ ਤਾਂ ਹਨ। ਜੇ ਪੜ੍ਹਿਆ ਨਹੀਂ ਹੋਊਗਾ, ਕਥਾ ਸੁਣੀ ਨਹੀਂ ਹੋਏਗੀ, ਤਾਂ ਫਿਰ ਆਪਾਂ ਇਹਨੂੰ ਐਕਸਪਲੇਨ ਕਿਵੇਂ ਕਰਾਂਗੇ। ਇਸੇ ਤਰ੍ਹਾਂ ਨਟ ਨਾਰਾਇਣ ਰਾਗ ਦੇ ਵਿੱਚ ਵੀ ਉਹ ਇੱਕ ਧਰਮੀ ਲੜਕੇ ਦੀ ਸਾਖੀ ਆਉਂਦੀ ਹੈ ਕਿ ਜਿਉਂ ਜਨ ਚੰਦਰ ਹਾਸ ਧੁਖਿਆ, ਵਾਹਿਗੁਰੂ ਦੁਖੀਆ ਤ੍ਰਿਸ਼ਟ ਬੁੱਧੀ। ਤ੍ਰਿਸ਼ਟ ਬੁੱਧੀ ਇੱਕ ਮੰਤਰੀ ਸੀਗਾ, ਚੰਦਰਹਾਸ ਇੱਕ ਰੱਬ ਦਾ ਭਗਤ ਸੀਗਾ। ਹੁਣ ਚੰਦਰਹਾਸ ਤੇ ਤ੍ਰਿਸ਼ਟ ਬੁੱਧੀ ਇਹਦੀ ਸਾਖੀ ਪਤਾ ਨਹੀਂ ਹੋਊਗੀ, ਪੰਕਤੀ ਨੂੰ ਐਕਸਪਲੇਨ ਕਿਵੇਂ ਕਰਾਂਗੇ। ਤੋ ਗੁਰਬਾਣੀ ਦੇ ਵਿੱਚ ਗੁਰੂ ਸਾਹਿਬਾਂ ਨੇ ਆਪ ਦ੍ਰਿਸ਼ਟਾਂਤ ਤੇ ਪ੍ਰਮਾਣ ਦਿੱਤੇ ਹਨ, ਜਿਹਦੇ ਤੋਂ ਭਗਤੀ ਦਾ ਭਾਵ ਲਈਦਾ ਕਿ ਵਾਹਿਗੁਰੂ ਤੇ ਭਰੋਸਾ ਬੱਝੇ। ਜਿਵੇਂ ਸਹਿਸਕ੍ਰਿਤੀ ਸ਼ਲੋਕਾਂ 'ਚ ਲਿਖਿਆ ਕਿ ਮ੍ਰਿਗੀ ਪੇਖੰਤ ਹਰਨ, ਤੇ ਮ੍ਰਿਗੀ ਪੇਖੰਤ ਬਦਕ, ਤੇ ਮ੍ਰਿਗੀ ਪੇਖੰਤ ਬਦਕ ਪ੍ਰਹਾਰੇਣ ਲਖ ਆਵਦ ਹੈ, ਅਹੋ ਜਸ ਰਖੇਨ ਨਾਨਕ ਰੋਮ ਨਾ ਛੇਦਿਆ। ਤੇ ਸ਼ਿਕਾਰੀ ਨੇ ਹਰਨੀ ਨੂੰ ਦੇਖਿਆ, ਦੇਖ ਕੇ ਨਿਸ਼ਾਨਾ ਲਾ ਕੇ ਤੀਰ ਮਾਰਿਆ। ਵੇਖੋ ਅਚਰਜ ਕੈਸਾ ਕੌਤਕ ਪਰਮਾਤਮਾ ਦਾ ਕਿ ਹਰਨੀ ਦਾ ਬਾਲ ਵੀ ਮੰਕਾ ਨਹੀਂ ਹੋਇਆ। ਜੇ ਇਹਨੂੰ ਐਕਸਪਲੇਨ ਨਹੀਂ ਕਰਾਂਗੇ ਤਾਂ ਆਪਾਂ ਨੂੰ ਸਮਝ ਕਿਵੇਂ ਆਏਗੀ ਵੀ ਹਰਨੀ ਨੂੰ ਸ਼ਿਕਾਰੀ ਨੇ ਤੀਰ ਮਾਰਿਆ ਨਿਸ਼ਾਨਾ ਵੇਖ ਕੇ, ਤੇ ਹਰਨੀ ਦਾ ਬਾਲ ਵੀ ਬਾਂਕਾ ਨਹੀਂ ਹੋਇਆ। ਉਹ ਬਚ ਕਿਵੇਂ ਗਈ, ਤੀਰ ਨੂੰ ਵੱਜਿਆ ਕਿਵੇਂ ਨਹੀਂ, ਉਹ ਸਾਰਾ ਕੁਝ ਸੁਣਾਉਣਾ ਪਏਗਾ, ਤਾਂ ਹੀ ਇਹ ਸਾਖੀ ਸਪਸ਼ਟ ਹੋਏਗੀ। ਫਿਰ ਬਹੁ ਯਤਨ ਕਰਤਾ ਬਲਵੰਤਕਾਰੀ, ਸੇਵੰਤ ਸੂਰਾ ਚਤੁਰਦਿਸ, ਬਿਖਮਤਾਨ ਬਸੰਤ ਉੱਚੈ, ਨਹਿ ਮਰਨੰ ਕਦਾਂਚ, ਨਹਿ ਚਿਤਵੰਦ ਮਰਨੰ ਕਦਾਂਚ, ਤੇ ਹੋਵੰਤ ਆਗਿਆ ਭਗਵਾਨ ਪੁਰਖ ਹੈ, ਨਾਨਕ ਕੀਟੀ ਸਾਸ ਅਕਰਖਤ। ਜੇ ਆਪਾਂ ਇਹ ਨਾਂ ਨਹੀਂ ਦੱਸਾਂਗੇ ਵੀ ਕਿਹੜੇ ਰਾਜੇ ਦੀ ਗੱਲ ਹੈ, ਜੇ ਆਪਾਂ ਇਹ ਨਹੀਂ ਦੱਸਾਂਗੇ ਵੀ ਇਹ ਸਾਖੀ ਹੋਏ ਕਿਵੇਂ, ਵੀ ਜਿਹੜਾ ਪ੍ਰੀਸ਼ਤ ਰਾਜਾ ਸੀਗਾ ਇਹ ਉਹਦੀ ਗੱਲ ਹੈ, ਉਹ ਬੜਾ ਬਲ ਵਾਲਾ ਸੀਗਾ। ਉਹਨੇ ਆਪਦੀ ਮੌਤ ਤੋਂ ਬਚਣ ਵਾਸਤੇ ਗੰਗਾ ਦੀਆਂ ਡੂੰਘੀਆਂ ਲਹਿਰਾਂ 'ਚ ਸ਼ੀਸ਼ ਮਹਲ ਬਣਾਇਆ, ਤੇ ਪਰ ਫਿਰ ਵੀ ਉਹ ਮਰ ਗਿਆ। ਮਰਿਆ ਕਿਵੇਂ, ਸਾਰਾ ਕੁਝ ਦੱਸਣਾ ਪਊਗਾ ਤੇ ਫਿਰ ਹੀ ਇਹ ਕਥਾ ਹੋਊਗੀ। ਮੇਰੇ ਖਿਆਲ ਮੁਤਾਬਕ ਸਾਖੀ ਤੋਂ ਬਗੈਰ ਕਥਾ ਦਾ ਭਾਵ ਕਈ ਜਗ੍ਹਾ 'ਤੇ ਸਪਸ਼ਟ ਹੁੰਦਾ ਹੀ ਨਹੀਂ, ਕਿਉਂਕਿ ਜਿਹੜੀ ਗੁਰਬਾਣੀ ਦੇ ਸ਼ਬਦ ਨੇ ਮਹਾਰਾਜ ਨੇ ਅੰਦਰ ਵੜ ਕੇ ਜਾਂ ਭੋਰੇ ਵਿੱਚ ਜਾਂ ਪਹਾੜ ਦੀ ਗੁਫਾ ਵਿੱਚ ਨਹੀਂ ਉਚਾਰੇ, ਇਹ ਜਨਤਾ ਦੇ ਵਿੱਚ ਬੈਠ ਕੇ ਬਾਣੀ ਉਚਾਰੀ ਹੈ, ਔਰ ਇਸ ਦਾ ਕੋਈ ਬਹਾਨਾ ਬਣਿਆ ਹੈ। ਇਹੀ ਪੰਕਤੀ ਲਾ ਲਓ, ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇ, ਇਹਦੀ ਉਥਾਨਕਾ ਉਹਨੇ ਮਹਾਂਪੁਰਖਾਂ ਨੇ ਸਰਵਣ ਕਰਵਾਈ ਹੈ ਕਿ ਸੰਗਤ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬੇਨਤੀ ਕੀਤੀ ਕਿ ਗੁਰੂ ਅੰਗਦ ਦੇਵ ਸਾਹਿਬ ਜੀ ਨੇ ਪਰਉਪਕਾਰ ਕੀਤਾ ਹੈ, ਵੇਖੋ ਕਿੰਨਾ ਚੰਗਾ ਹੋਇਆ। ਤਾਂ ਫਿਰ ਮਹਾਰਾਜ ਦੀ ਯਾਦ ਵਿੱਚ ਇਹ ਪੰਕਤੀ ਉਚਾਰੀ ਹੈ ਕਿ ਇਤਿਹਾਸ ਦੀ ਕਥਾ ਹੋਣੀ ਚਾਹੀਦੀ ਹੈ। ਪੁੱਤਰਾਂ ਤੋਂ ਸਪੁੱਤਰ ਬਣਾਉਂਦੀ ਹੈ ਜਿਸ ਬੱਚੇ ਨੂੰ ਆਪਦੇ ਪਿਓ ਦਾ ਨਹੀਂ ਪਤਾ। ਹੁਣ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਨੇ ਗੁਰੂ ਤੇਗ ਬਹਾਦਰ ਦੀ ਸਾਖੀ ਸੁਣਾਈ ਸੀਗੀ, ਮੈਂ ਤਾਂ ਕਦੀ ਨਹੀਂ ਮੰਨੂਗਾ ਵੀ ਸਾਖੀ ਨਾ ਸੁਣਾਈ ਹੋਊਗੀ। ਜੇ ਸਾਖੀ ਨਹੀਂ ਸੁਣਾਈ ਹੋਏ ਤਾਂ ਇੰਨੀ ਵੱਡੀ ਕੁਰਬਾਨੀ ਉਹ ਕਰ ਹੀ ਨਹੀਂ ਸਕਦੇ। ਜਦੋਂ ਸ਼ਹੀਦੀ ਹੋਣੀ ਸੀਗੀ ਅਗਲੇ ਦਿਨ ਸੂਬੇ ਦੀ ਕਚਹਿਰੀ 'ਚ ਪੇਸ਼ ਹੋਣਾ ਸੀ, ਬਕਾਇਦਾ ਮਾਤਾ ਗੁਜਰੀ ਜੀ ਨੇ ਉਹਨਾਂ ਨੂੰ ਆਪਦੇ ਕੋਲ ਬਿਠਾ ਕੇ ਗੁਰੂ ਤੇਗ ਬਹਾਦਰ ਜੀ ਦੀ ਸਾਰੀ ਸਾਖੀ ਸੁਣਾਈ ਦੁਬਾਰਾ ਤੋਂ। ਫਿਰ ਪਹਿਲਾਂ ਪਤਾ ਪਹਿਲਾਂ ਵੀ ਸੀਗਾ
ਦੁਬਾਰਾ ਤੋਂ ਫਿਰ ਮੋਟੀਵੇਟ ਕਰਨ ਵਾਸਤੇ, ਉਹਨਾਂ ਦਾ ਮਨ ਤਗੜਾ ਕਰਨ ਵਾਸਤੇ ਕਿ ਬੱਚਿਓ ਵੇਖੋ ਕਿਤੇ ਡੋਲ ਨਾ ਜਾਇਓ, ਆਪਦੇ ਦਾਦੇ ਦੀ ਪੱਗ ਨੂੰ ਦਾਗ ਨਾ ਲਾਇਓ। ਉਹਨਾਂ ਇੰਨੀ ਮੰਨੀ ਇਹਨਾਂ ਮੁਸਲਿਆਂ ਦੀ, ਇਹ ਸਾਡਾ ਕੁਝ ਨਹੀਂ ਵਿਗਾੜ ਸਕਦੇ, ਇਹ ਸਰੀਰ ਨਾਸਮੰਦ ਨੇ, ਇਹਨਾਂ ਮਾਰੀ ਜਾਣਾ ਅੱਜ ਨਹੀਂ ਭਲਕੇ ਨਹੀਂ ਪਰਸੋਂ। ਪਰ ਆਪਾਂ ਜਕਾਰੇ ਛੱਡਦੇ ਹੋਏ ਕੁਰਬਾਨੀਆਂ ਕਰਨੀਆਂ ਨੇ, ਕੀ ਸਾਨੂੰ ਕਰ ਲੈਣਗੇ? ਇਹ ਸਾਖੀ ਸੁਣਨ ਤੋਂ ਹੀ ਉਹ ਮੋਟੀਵੇਟ ਹੋਏ, ਤੁਸੀਂ ਦੱਸੋ। ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਟੁੱਚਰਬਾਜ਼ੀਆਂ, ਤਰਕਸ਼ੀਲ ਨਸ਼ਰਦਕ ਪੁਣੇ ਵਾਲੀਆਂ, ਸਾਡੇ ਪ੍ਰੋਫੈਸਰ ਪਤਾ ਨਹੀਂ ਕਿਸੇ ਬੱਚੇ ਨੂੰ ਪੜ੍ਹਾਇਆ ਵੀ ਹੈ ਕਿ ਨਹੀਂ ਪੜ੍ਹਾਇਆ। ਮੈਂ ਤਾਂ ਕਦੀ ਸੁਣਿਆ ਨਹੀਂ ਵੀ ਕੁਛ ਇਸ ਤਰ੍ਹਾਂ ਇਹਨਾਂ ਕੀਤਾ ਹੋਵੇ। ਬੱਚੇ ਤਾਂ ਉਹੀ ਨਿਆਣੇ ਤੁਰੇ ਫਿਰਦੇ ਨੇ ਪਿੰਡਾਂ ਦੇ, ਘਰੋਂ ਹੀ ਪ੍ਰੋਫੈਸਰ, PhD ਦੀ ਡਿਗਰੀ ਲੈ ਲੈਣੀ, ਉਲਟਾ ਸਿੱਧਾ ਲੈ ਕੇ ਆਖੇ ਜੀ ਡਾਕਟਰ, ਡਾਕਟਰੇਟ, PhD ਹੋਲਡਰ। ਤੋ ਆਪਦੇ ਆਪ ਹੀ ਡਿਗਰੀਆਂ ਲਾ ਲੈਣੀਆਂ, ਨਾ ਕਿਸੇ ਬੱਚੇ ਨੂੰ ਪੜ੍ਹਾਇਆ, ਨਾ ਕੋਈ ਸੰਥਿਆ ਦਿੱਤੀ। ਤੋ ਮਹਾਂਪੁਰਖ ਪਿਆਰ ਵਾਲੇ, ਜਿਨ੍ਹਾਂ ਦੇ ਚਰਨਾਂ ਵਿੱਚ ਰਹਿ ਕੇ ਅਨੇਕਾਂ ਹੀ ਵਿਦਿਆਰਥੀ ਫ੍ਰੀ ਸਿੱਖਿਆ ਪ੍ਰਾਪਤ ਕਰਦੇ ਹਨ। ਗੁਰੂ ਘਰ ਦੇ ਵਿੱਚ ਪ੍ਰੋਫੈਸਰ ਦਾ, ਪ੍ਰਿੰਸੀਪਲ ਦਾ, ਇਹ ਕੀ ਮਤਲਬ? ਗੁਰੂ ਦਾ ਸਿੱਖ ਸਿੱਖ ਹੈ। ਤੇ ਇਸ ਵਾਸਤੇ ਮਹਾਰਾਜ ਦੇ ਪਿਆਰ ਵਿੱਚ, ਸ਼ਰਧਾ ਦੇ ਵਿੱਚ, ਭਾਵੇਂ ਕੋਈ ਸਕੂਲ ਦਾ ਸਰਟੀਫਿਕੇਟ ਹੈ ਜਾਂ ਨਹੀਂ ਹੈ, ਬਾਬਾ ਜੀ, ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਕੋਈ ਪ੍ਰੋਫੈਸਰ, ਕੋਈ ਪ੍ਰਿੰਸੀਪਲ ਨਹੀਂ ਸੀਗੇ। ਪਰ ਮੈਂ ਆਪ ਦੀਆਂ ਅੱਖਾਂ ਨਾਲ ਵੇਖਿਆ ਹੈ ਕਿ ਨਿਆਣੇ ਇੰਨੇ ਕਮਲੇ ਹੋ ਜਾਂਦੇ ਸੀਗੇ, ਸ਼ਦਾਈ ਹੋ ਕੇ ਆਪਾਂ ਮਗਰ ਮਗਰ ਭੱਜੇ ਫਿਰਨਾ, ਜਿੱਦ ਨੂੰ ਨਾ ਜਾਣਾ, ਪਤਾ ਲੱਗ ਜਾਣਾ ਵੀ ਫਲਾਣੀ ਜਗ੍ਹਾ ਬਾਬਾ ਜੀ ਨੂੰ ਆਉਣਾ, ਇੰਨਾ ਇਕੱਠ ਹੋਣਾ, ਮੰਜੀ ਸਭ ਉੱਪਰ ਥੱਲੇ ਕੀ, ਦੁਨੀਆ ਕਮਲੀ ਹੋਈ ਸਿਰਫ ਉਹਨਾਂ ਦੇ ਬੋਲ ਸੁਣਨ ਵਾਸਤੇ। ਬੜੇ ਬੜੇ ਪੱਤਰਕਾਰ, ਬੜੇ ਬੜੇ ਵਕੀਲ, ਬੜੇ ਬੜੇ ਸਿਆਣੇ, ਕਾਰਨ ਕੀ? ਕਿ ਉਹਨਾਂ ਦੀ ਕਮਾਈ ਸੀਗੀ। ਤੇ ਇਸ ਵਾਸਤੇ ਹਰੇਕ ਗੱਲ 'ਤੇ ਤਰਕ, ਹਰੇਕ 'ਤੇ ਤਰਕ ਨਹੀਂ ਹੋਣੀ ਚਾਹੀਦੀ। ਹਿੰਦੂ ਮੱਤ ਦੇ ਵਿੱਚ ਇਹੋ ਜਿਹੀਆਂ ਸਟੋਰੀਆਂ ਨੇ ਜੋ ਅਸੀਂ ਆਪਦੀ ਮਾਂ ਤੇ ਭੈਣ ਨੂੰ ਬੈਠ ਕੇ ਨਹੀਂ ਸੁਣਾ ਸਕਦੇ। ਤੁਸੀਂ ਸੱਚ ਨਹੀਂ ਮੰਨਣਾ। ਮੈਂ ਸ੍ਰੀ ਮੱਧ ਭਾਗਵਤ ਗੀਤਾ ਦੀ ਕਥਾ ਜਦ ਪਹਿਲੀ ਵਾਰ ਪੜ੍ਹੀ ਤੇ ਆਪਦੀ ਮਾਂ ਨੂੰ ਸੁਣਾਈ, ਤੇ ਜਦ ਹੁਣ ਮੈਂ ਸੋਚਦਾ ਮੈਨੂੰ ਤਾਂ ਕੋਈ ਲੱਖ ਰੁਪਈਆ ਵੀ ਦੇ, 100 ਵਾਰ ਵੀ ਕਹੇ, ਤੇ ਮੈਂ ਤਾਂ ਕਦੀ ਨਹੀਂ ਸੁਣਾਵਾਂਗਾ। ਜਦ ਹੁਣ ਸਮਝ ਆਈ ਹੈ, ਤੇ ਇਸ ਵਾਸਤੇ ਉਹ ਗੱਲਾਂ ਇਸ ਤਰ੍ਹਾਂ ਦੀਆਂ ਨੇ, ਸ਼ਿਵ ਜੀ ਭਗਵਾਨ ਮਹਾਰਾਜ ਦੇ, ਕ੍ਰਿਸ਼ਨ ਦੇ ਖੁਦ। ਪਰ ਗੁਰੂ ਦੀ ਬਾਣੀ, ਗੁਰੂ ਮਹਾਰਾਜ ਦਾ ਇਤਿਹਾਸ ਵੇਖੋ ਕਿੰਨਾ ਸੱਚਾ ਸੁੱਚਾ, ਇਹਦੇ 'ਤੇ ਹੀ ਤਰਕ ਕਿਉਂ ਹੋ ਰਹੀ ਹੈ? ਕਾਰਨ ਕੀ ਹੈ? ਵੀ ਸਿੱਖ ਹਮੇਸ਼ਾ ਗੁਲਾਮ ਰਿਹਾ ਹੈ, ਜਿਸ ਕਰਕੇ ਇਹਨਾਂ 'ਚ ਸ਼ਰਾਰਤੀ ਬੰਦਿਆਂ ਨੇ ਸ਼ੰਕਾ ਪੈਦਾ ਕਰ ਦਿੱਤੀਆਂ। ਵਿਦਵਾਨਾਂ ਨੂੰ ਪੈਸੇ ਦੇ ਕੇ ਖਰੀਦਿਆ ਗਿਆ। ਡਾਕਟਰ ਅਨੋਖ ਸਿੰਘ ਜੀ ਬਠਿੰਡੇ ਵਾਲੇ, ਮੈਂ ਉਹਨਾਂ ਦੀ ਸਪੀਚ ਸੁਣੀ ਹੈ, ਔਰ ਉਹਨਾਂ ਨੇ ਦੱਸਿਆ ਕਿ 50-60 ਹਜ਼ਾਰ ਤੱਕ ਵਿਦਵਾਨਾਂ ਦੀ ਤਨਖਾਹ ਮੁਕਰਰ ਕੀਤੀ ਜਾਂਦੀ ਹੈ। ਅਤੇ ਨਾਗਪੁਰ ਬਕਾਇਦਾ ਇੱਕ ਦਫ਼ਤਰ ਹੈ RSS ਦਾ, ਉਹਦੇ ਵਿੱਚ ਸਾਡੇ ਵਿਦਵਾਨਾਂ ਨੂੰ ਰੱਖ ਕੇ ਉਹਨਾਂ ਨੂੰ ਦਸਮ ਗ੍ਰੰਥ ਦਿੱਤਾ ਜਾਂਦਾ, ਗੁਰਬਾਣੀ ਦਿੱਤੀ ਜਾਂਦੀ ਹੈ, ਭਗਤਾਂ ਦੀ ਬਾਣੀ। ਔਰ ਉਹਦੇ ਵਿੱਚ ਉਹਨਾਂ ਦੀ ਡਿਊਟੀ ਹੈ ਵੀ ਇਹਦੇ 'ਚੋਂ ਕੁਐਸਚਨ ਇਨਪੁਟ ਕਰੋ, ਇਹ 'ਚੋਂ ਸ਼ੰਕਾ ਪੈਦਾ ਕਰੋ, ਰਾਗਮਾਲਾ ਬਾਰੇ, ਭੱਟਾਂ ਦੇ ਸਵਈਆਂ ਬਾਰੇ ਕਿੱਥੋਂ ਤਰਕ ਉਪਜਦੀ ਹੈ, ਉਹ ਤਰਕ ਵਾਲੀਆਂ ਗੱਲਾਂ। ਇਹ ਕਾਲਾ ਅਫਗਾਨਾ ਪੁਲਿਸਮੈਨ, ਉਹਦਾ ਨਾਮ ਖਰੀਦ ਕੇ ਉਹਦੇ ਨਾਮ 'ਤੇ ਮਾਸ ਮਾਸ ਕਰ ਮੂਰਖ ਝਗੜੇ ਵਾਲੀ ਪੰਕਤੀ 'ਤੇ ਪਤਾ ਨਹੀਂ ਕਿੰਨੇ ਹੀ ਵੋਲੀਅਮ ਛਪ ਗਏ। ਮੈਂ ਤਾਂ ਡਰਦੇ ਨੇ ਵੇਖੇ ਬੜੀ ਵਾਰ ਨੇ, ਪਰ ਪੜ੍ਹਨ ਦਾ ਹੀਆ ਨਹੀਂ ਕੀਤਾ, ਕਿਉਂਕਿ ਮੇਰਾ ਮਨ ਇੰਨਾ ਕਮਜ਼ੋਰ ਹੈ ਵੀ ਉਹ ਬੰਦਾ ਪੜ੍ਹਦਿਆਂ ਸਾਰੀ ਉਹਨਾਂ ਦੀ ਗੱਲ ਮੰਨ ਲਊਗਾ। ਇਹੋ ਜਿਹੇ ਉਹਨਾਂ ਨੇ ਪ੍ਰਮਾਣ ਦਿੱਤੇ ਨੇ, ਕਿਉਂਕਿ ਵਿਦਵਾਨ ਸਾਡੇ ਨੇ। ਵਿਦਵਾਨ ਦਾ ਜਿਹਨੂੰ ਮਰਜ਼ੀ ਸਿੱਧ ਕਰ ਦੇ, ਮਿੱਟੀ ਦੇ ਬੁੱਤ ਨੂੰ ਕਹਿ ਦੇ ਵੀ ਇਹ ਜਾਨਦਾਰ। ਅਤੇ ਇਸ ਵਾਸਤੇ ਗਲਤ ਗੱਲਾਂ ਵੀ ਸਿੱਧ ਹੋ ਸਕਦੀਆਂ ਨੇ, ਆਮ ਬੰਦਾ ਤਾਂ ਝੱਟ ਮੰਨ ਲਊਗਾ। ਅਤੇ ਇਸ ਲਈ ਇਹ ਸ਼ਰਾਰਤੀ ਅਨਸਰਾਂ ਨੇ ਇਸ ਤਰ੍ਹਾਂ ਦੀਆਂ ਤਰਕਾਂ ਪਾਈਆਂ ਹੋਈਆਂ ਨੇ। ਹੋਰ ਕਿਸੇ ਧਰਮ ਦੇ ਵਿੱਚ ਇਸ ਤਰ੍ਹਾਂ ਦੀਆਂ ਬਾਤਾਂ ਨਹੀਂ। ਈਸਾਈ ਕਿੰਨੇ ਐਡਵਾਂਸ ਹੋ ਗਏ ਨੇ, ਅਤੇ ਪਰ ਜੋ ਕੁਛ ਉਹਨਾਂ ਦੀ ਉਹਦੇ 'ਚ ਬਾਈਬਲ 'ਚ ਲਿਖਿਆ ਹੋਇਆ ਉਹ ਮੰਨਦੇ ਨੇ। ਸਾਇੰਸ ਭਾਵੇਂ ਨਹੀਂ ਮੰਨਦੇ, ਜੋ ਵੀ
ਰਮਾਇਣ ਦੇ ਵਿੱਚ, ਭਗਵਦ ਗੀਤਾ 'ਚ ਜਾਂ ਕੁਛ ਵੀ ਸ਼ਸਤਰਾਂ ਪੁਰਾਣਾਂ ਦੇ ਵਿੱਚ ਵੀ ਇੱਦਾਂ 'ਚ ਲਿਖਿਆ ਹੋਇਆ। ਸਭ ਹਿੰਦੂ ਲੋਕ ਮੰਨਦੇ ਨੇ, ਸਾਡੇ ਸਿੱਖ ਹੈ ਪੱਗਾਂ ਵਾਲੇ, ਕੇਸ ਦਾੜ੍ਹੀਆਂ ਵਾਲੇ ਹੀ ਗੁਰੂ ਜੀ ਦੇ ਇਤਿਹਾਸ 'ਤੇ ਬਾਣੀ 'ਤੇ ਤਰਕ ਕਰਦੇ ਨੇ। ਇਸ ਵਾਸਤੇ ਹਰੇਕ ਗੁਰੂ ਘਰ ਦੇ ਵਿੱਚ ਗੁਰ ਇਤਿਹਾਸ ਦੀ ਕਥਾ ਹੋਣੀ ਚਾਹੀਦੀ ਹੈ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਬਹੁਤ ਹੀ ਸ਼ਰਧਾ ਵਾਲਾ, ਬੜੇ ਪਿਆਰ ਵਾਲਾ, ਬੜੀ ਸੁੰਦਰ ਕਵਿਤਾ ਵਾਲਾ ਲਿਖਿਆ ਹੋਇਆ। ਜੇ ਸਾਡੇ ਬੱਚੇ ਇਤਿਹਾਸ ਦੀਆਂ ਸਾਖੀਆਂ ਨੂੰ ਸੁਣਨਗੇ ਨਹੀਂ, ਤਵਾਰੀ ਗੁਰੂ ਖਾਲਸਾ ਗਿਆਨੀ ਗਿਆਨ ਸਿੰਘ ਜੀ ਦਾ ਪੰਥ ਪ੍ਰਕਾਸ਼ ਇਹਨੂੰ ਪੜ੍ਹਨਗੇ ਸੁਣਨਗੇ ਨਹੀਂ, ਤਾਂ ਫਿਰ ਸਿੱਖੀ ਸਦਕ ਦੇ ਵਿੱਚ ਆਪਾਂ ਜਿਹੜੀ ਅਰਦਾਸ ਕਰਦੇ ਹਾਂ ਉਹ ਕਿਵੇਂ ਪੂਰਾ ਨਿਭਿਆ ਜਾ ਸਕਦਾ। ਮਹਾਂਪੁਰਖਾਂ ਦੀਆਂ ਸਾਖੀਆਂ, ਉਹਨਾਂ ਦੇ ਜੀਵਨ ਨਹੀਂ ਪੜ੍ਹਾਂਗੇ। ਇਹ ਵੀ ਉਹ ਕਿਸੇ ਸਿਰ ਫਿਰੇ ਹੋਏ ਨੇ ਕਿਤਾਬ ਲਿਖੀ ਹੋਈ ਹੈ, ਸੰਤਨ ਕੀ ਮਹਿਮਾ। ਉਹਦੇ ਵਿੱਚ ਕਿਸੇ ਵੀ ਸੰਤ ਸਾਧੂ ਨੂੰ ਨਹੀਂ ਛੱਡਿਆ, ਸਭਨਾਂ ਦੀ ਨਿੰਦਿਆ ਕੀਤੀ ਹੈ। ਆ ਬਾਬੇ ਅਤਰ ਸਿੰਘ ਮਸਤੂਆਣੇ ਵਾਲੇ ਜਾਂ ਰਾੜਾ ਸਾਹਿਬ ਵਾਲੇ ਬਾਬਾ ਈਸ਼ਰ ਸਿੰਘ ਜੀ, ਇਹਨਾਂ ਬਾਬਤ ਕਈਆਂ ਲਿਖਿਆ ਕਿ ਜੀ ਇਹ ਤਾਂ ਫੌਜੀ ਸੀਗੇ, ਗੋਰਿਆਂ ਨੇ ਪੈਸੇ ਦੇ ਕੇ ਛੱਡੇ ਹੋਏ ਸੀ। ਦੱਸੋ, ਕੋਈ ਗਲਤ ਗੱਲ ਥੋੜ੍ਹਾ ਉਹਨਾਂ ਕੀਤੀ, ਗੁਰਬਾਣੀ ਦਾ ਪ੍ਰਚਾਰ ਹੀ ਕੀਤਾ। ਅਤੇ ਇਸ ਵਾਸਤੇ ਆਪਦੇ ਆਪ ਨੂੰ ਸਹੀ ਕਰਨ ਵਾਸਤੇ ਮਹਾਂਪੁਰਖਾਂ ਨੂੰ ਗਲਤ ਕਹਿਣਾ ਔਰ ਉਹਨਾਂ ਦੀਆਂ ਕਥਾਵਾਂ ਦੀ ਨਿੰਦਿਆ ਕਰਨੀ। ਗੁਰੂ ਸਾਹਿਬ ਕਿਰਪਾ ਕਰਨ, ਸਾਨੂੰ ਸਮੱਤ ਬਖਸ਼ਿਸ਼ ਕਰਨ। ਇਤਿਹਾਸ ਜਿਹੜਾ ਹੈ ਮਨ ਨੂੰ ਮੋਟੀਵੇਟ ਕਰਦਾ ਹੈ ਔਰ ਗੁਰਬਾਣੀ 'ਤੇ ਸ਼ਰਧਾ ਬਣਾਉਂਦਾ ਹੈ। ਗੁਰਬਾਣੀ ਦੇ ਵਿੱਚ ਇਤਿਹਾਸ ਦੀ ਸਾਖੀ ਦੇ ਨਾਲ ਗੁਰਬਾਣੀ ਦੀ ਪੰਕਤੀ ਸਿੱਧ ਹੁੰਦੀ ਹੈ ਔਰ ਸਹੀ ਤਰੀਕੇ ਦੇ ਨਾਲ ਉਹਦੀ ਸਮਝ ਆਉਂਦੀ ਹੈ, ਜਿਸ ਕਰਕੇ ਮਨ ਵਿੱਚ ਸ਼ਰਧਾ ਵਸਦੀ ਹੈ। ਪਾਤਸ਼ਾਹ ਜੀ ਫਰਮਾਨ ਕਰਦੇ ਹਨ, ਬਾਣੀਆਂ ਕਹਾਣੀਆਂ ਜੋ ਸਤਿਗੁਰੂ ਜੀ ਦੇ ਅੰਮ੍ਰਿਤ ਰੂਪ ਉਪਦੇਸ਼ ਦੀਆਂ ਕਥਾ ਕਹਾਣੀਆਂ ਨੇ, ਪੁੱਤ ਸਬੁੱਤ ਕਰੇ ਨਾ। ਇਹਨਾਂ ਨੂੰ ਪੁੱਤਰਾਂ ਵਿੱਚੋਂ ਸ੍ਰੇਸ਼ਟ ਪੁੱਤਰ ਭਾਵ ਉੱਤਮ ਅਧਿਕਾਰੀ ਪੜ੍ਹਨਾ ਸੁਣਨਾ ਕਰਦੇ ਹਨ। ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਜਿਹੜਾ ਸਤਿਗੁਰੂ ਜੀ ਨੂੰ ਹੁਕਮ ਪਾਉਂਦਾ ਹੈ ਸੋ ਸਿੱਖ ਉਸ ਨੂੰ ਮੰਨ ਲੈਂਦੇ ਹਨ। ਸਈ ਕਰਮ ਕਰੇ ਨਾ, ਉਹ ਨਿਸ਼ਕਾਮ ਕਰਮ, ਪ੍ਰੇਮਾ ਭਗਤੀ ਤੇ ਉਪਕਾਰ ਵਾਲੇ ਕਰਮ ਕਰਦੇ ਹਨ। ਸੋ ਬਾਬਾ ਬੁੱਢਾ ਸਾਹਿਬ ਜੀ ਦੀ ਗੰਢਾ ਬੰਨਣ ਵਾਲੀ ਸਾਖੀ, ਮਾਤਾ ਗੰਗਾ ਜੀ ਨੇ ਨੰਗੇ ਚਰਨੀ ਜਾ ਕੇ ਬਾਬਾ ਜੀ ਦੇ ਦਰਸ਼ਨ ਕਰਨੇ, ਅਤੇ ਮੂਰਖ ਲੋਕ ਇਸੇ ਸਾਖੀ ਨੂੰ ਹੀ ਲੈ ਕੇ ਬੜਾ ਬਾਤ ਕਰੀ ਜਾਂਦੇ। ਆਖੇ ਜੀ ਇੰਜ ਕਿਵੇਂ ਹੁੰਦਾ ਹੈ, ਉਹਨੂੰ ਹੀ ਗਲਤ ਕਹੀ ਜਾ ਰਹੇ ਨੇ। ਇੱਕ ਸਿਰ ਫਿਰੇ ਨੇ ਜੋ ਕਿ ਅੱਜ ਕੱਲ੍ਹ ਉਹ ਅਹੁਦੇਦਾਰ ਵੀ ਹੈ, ਮੈਂ ਨਾਮ ਨਹੀਂ ਲੈਣਾ, PhD ਦਾ ਥੀਸਸ ਉਹਨੇ ਬਣਾਇਆ, ਵੱਡੇ ਉੱਚੇ ਅਹੁਦੇ 'ਤੇ ਹੈ SGPC ਦੇ ਵਿੱਚ, ਔਰ ਉਹਨੇ ਥੀਸਸ 'ਚ ਇਹ ਗੱਲ ਲਿਖੀ ਹੈ ਕਿ ਮੁੰਡੇ ਛਾਟੇ ਨਹੀਂ ਮਿਲਦੇ। ਜੋ ਗੁਰਦੁਆਰਾ ਸ੍ਰੀ ਛਾਟਾ ਸਾਹਿਬ ਹੈ, ਉੱਥੇ ਸੰਗਤਾਂ ਸ਼ਰਧਾ ਸੰਯੁਕਤ ਜਾ ਕੇ ਪਾਠ ਕਰਦੀਆਂ, ਐਤਵਾਰ ਦੀ ਐਤਵਾਰ ਹਾਜ਼ਰੀ ਭਰਦੀਆਂ, ਖੂਹ ਦੇ ਜਲ ਨਾਲ ਇਸ਼ਨਾਨ ਕਰਦੀਆਂ। ਅਖੇ ਜੀ ਉੱਥੇ ਮੁੰਡੇ ਨਹੀਂ ਮਿਲਦੇ। ਬੰਦਾ ਪੁੱਛੇ ਵੀ ਪਰਮਾਤਮਾ ਨੇ ਦਾਤ ਦੇਣੀ ਹੈ, ਜੋ ਗੁਰੂ ਸਾਹਿਬ ਨੇ 6ਵੇਂ ਪਾਤਸ਼ਾਹ ਦੇ ਅਵਤਾਰ ਦੀ ਖੁਸ਼ੀ 'ਚ ਉਹ ਖੂਹ ਲਗਾਇਆ ਸੀਗਾ, ਅਤੇ ਉੱਥੇ ਬਕਾਇਦਾ ਬਸੰਤ ਪੰਚਮੀ ਦਾ ਮੇਲਾ ਲੱਗਦਾ, ਐਤਵਾਰ ਸ਼ਹਿਰ ਦੀਆਂ ਸੰਗਤਾਂ ਹਾਜ਼ਰੀ ਭਰਦੀਆਂ। ਜੇ ਕੋਈ ਗੁਰੂ ਚਰਨਾਂ 'ਚ ਗ੍ਰੰਥੀ ਕੋਲੋਂ ਅਰਦਾਸ ਕਰਾਏਗਾ ਤਾਂ ਗੁਰੂ ਸਾਹਿਬ ਕਿਉਂ ਨਹੀਂ ਕਿਰਪਾ ਕਰਨਗੇ। ਇਹ ਲਿਖਣ ਦੀ ਭਲਾ ਕੀ ਲੋੜ ਪੈ ਗਈ, ਕਿਉਂਕਿ ਸਾਨੂੰ PhD ਦਾ ਸਰਟੀਫਿਕੇਟ ਚਾਹੀਦਾ। ਕੋਈ ਨਵੀਂ ਗੱਲ ਨਹੀਂ ਕੱਢ ਮਾਰਾਂਗੇ ਤਾਂ ਸਾਨੂੰ ਸਰਟੀਫਿਕੇਟ ਕੌਣ ਦੇਵੇਗਾ। ਇਹਦੇ ਨਾਲ ਮੈਂ ਤਾਂ ਸਮਝਦਾ ਵੀ ਕੋਈ ਵੱਡੀ ਤਰੱਕੀ ਨਹੀਂ ਸਿੱਖ ਕੌਮ ਦੀ। ਜੇ ਗੁਰੂ ਘਰ ਨਹੀਂ ਮੁੰਡੇ ਮਿਲਣੇ ਤਾਂ ਦੱਸੋ, ਫਿਰ ਉੱਥੇ ਲਿਖਣਾ ਚਾਹੀਦਾ ਥੀਸਸ ਦੇ ਵਿੱਚ ਵੀ ਗੁਰਦੁਆਰਾ ਛੱਡ ਕੇ ਛਾਟਾ ਸਾਹਿਬ ਜਾਂ ਦੁੱਖ ਭੰਜਣੀ ਮੇਰੀ 'ਤੇ ਵੀ ਤਰਕ ਕਰਦੇ ਨੇ। ਫਿਰ ਤਾਂ ਜਾਦੂ ਟੂਣਿਆਂ ਵਾਲਿਆਂ ਦਾ ਪ੍ਰਚਾਰ ਕਰੋ, ਫਿਰ ਵੀ ਪੰਡਤ ਕੋ ਜਾਓ ਜਾਂ ਜਾਦੂ ਟੂਣਿਆਂ ਵਾਲਿਆਂ ਕੋ ਜਾਓ, ਇਹੀ ਗੱਲ ਕਹਾਂਗੇ। ਜੇ ਸਾਨੂੰ ਕਿਸੇ ਦਾਤ ਦੀ ਲੋੜ ਹੈ, ਕੋਈ ਧੀ ਪੁੱਤ ਦੀ ਜਾਂ ਕੋਈ ਵੀ ਪ੍ਰੋਬਲਮ ਹੈ, ਗੁਰਦੁਆਰੇ ਜਾ ਕੇ ਅਰਦਾਸ ਕਰਾਂਗੇ ਨਾ ਗ੍ਰੰਥੀ ਸਿੰਘ ਪਾਸੋਂ। ਕਿਉਂ ਨਹੀਂ ਦਾਤ ਮਿਲਦੀ?
ਮਹਾਰਾਜ ਦੀ ਬਾਣੀ ਤਾਂ ਕਹਿੰਦੀ ਹੈ, ਦਾਤ ਹੈ ਦਾਤ ਰੱਖੀ ਹੱਥ ਆਪਣਾ, ਜਿਸ ਭਾਵੈ ਤਿਸ ਦੇਈ, ਨਾਨਕ ਨਾਮ ਰਤੇ ਸੁਖ ਪਾਇਆ, ਦਰਗਹਿ ਜਾਪੈ ਸਈ। ਤੁਸੀਂ ਦੱਸੋ ਫਿਰ ਉਹ ਥੀਸਸ ਗਲਤ ਹੋਇਆ ਕਿ ਬਾਣੀ ਗਲਤ ਹੈ? ਥੀਸਸ ਵਾਲੇ ਬੰਦੇ ਨੇ ਲਿਖਿਆ ਵੀ ਛਿਆਟੇ ਮੁੰਡੇ ਨਹੀਂ ਮਿਲਦੇ, ਬਾਬਾ ਬੁੱਢਾ ਮੁੰਡੇ ਨਹੀਂ ਵੰਡਦਾ, ਤਾਂ ਫਿਰ ਮਹਾਰਾਜ ਦੀ ਬਾਣੀ ਕਿਵੇਂ ਕਹਿੰਦੀ ਹੈ ਜੋ ਮੰਗੈ ਠਾਕੁਰ ਆਪਣੇ ਸੋਈ ਸੋਈ ਦੇਵ। ਬੀਬੀ ਰਜਨੀ ਦੇ ਪਤੀ ਜਿਹੜਾ ਕੋਹੜੀ ਸੀ, ਉਹਦਾ ਕੋਹੜ ਕਿਵੇਂ ਦੂਰ ਹੋਇਆ? ਉੱਤੇ ਬਕਾਇਦਾ ਸਰੋਵਰ ਦੇ ਕਿਨਾਰੇ 'ਤੇ ਬੀਬੀ ਦਾ ਨਾਮ ਲਿਖਿਆ, ਉਹਦਾ ਇਤਿਹਾਸ ਲਿਖਿਆ ਹੋਇਆ। ਉਹ ਫਿਰ ਦੁੱਖ ਭੰਜਨੀ ਮੇਰੀ ਐਵੇਂ ਹੀ ਹੋਈ, ਸਰੋਵਰ ਦੀ ਮਹਿਮਾ ਪ੍ਰਗਟ ਕਿਵੇਂ ਹੋਈ? ਜਿਹੜੇ ਅੱਜ ਕੱਲ੍ਹ ਦੇ ਵਿਦਵਾਨ ਕਿਉਂ ਦੇਖੇ ਜੀ ਸਰੋਵਰਾਂ 'ਚ ਨਹਾਉਣ ਦਾ ਕੋਈ ਲਾਭ ਨਹੀਂ, ਫਿਰ ਮਹਾਰਾਜ ਨੇ ਐਵੇਂ ਲਿਖਤਾ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਕ ਮਾਤੇ। ਇਹਦਾ ਅਰਥ ਕੀ ਹੋਇਆ? ਤੋ ਸਾਖੀ ਸੁਣੀ ਹੋਊਗੀ ਬਾਬਾ ਬੁੱਢੇ ਵਾਲੀ, ਸਾਖੀ ਸੁਣੀ ਹੋਊਗੀ ਬੀਬੀ ਰਜਨੀ ਦੇ ਕੋਹੜੀ ਪਤੀ ਸਹੀ ਹੋਣ ਦੀ। ਤੇ ਸਾਧ ਸੰਗਤ ਜੀਓ, ਛਿਆਟਾ ਸਾਹਿਬ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਰੀਬਾਂ ਨੇ ਵਧਾਈ ਦਿੱਤੀ, ਤੇ ਮਹਾਰਾਜ ਨੇ ਇੱਕੋ ਸਮੇਂ 6 ਹਲਟਾਂ ਖੂਹ 'ਤੇ ਚੱਲਣ, ਪਾਣੀ ਦੀ ਘਾਟ ਨਾ ਆਏ। ਲੋਕ ਗੱਡਿਆਂ ਦੇ ਉੱਪਰ ਡਰਮ ਰੱਖ ਰੱਖ ਕੇ, ਟੱਬ ਰੱਖ ਰੱਖ ਕੇ ਪਾਣੀ ਲੈਣ ਆਉਂਦੇ। ਉਹ ਸਾਖੀ ਦਾ ਪਤਾ ਹੋਊ ਤੇ ਤਾਂ ਹੀ ਸਾਡੀ ਸ਼ਰਧਾ ਵੱਜੇਗੀ। ਜੇ ਸਾਖੀ ਉਹ ਨਹੀਂ ਪੜ੍ਹੀ ਤੇ ਸੁਣੀ, ਚਲੋ ਦੂਰ ਦੀ ਗੱਲ ਤਾਂ ਛੱਡ ਦਿਓ। ਆਹ ਹਫ਼ਤੇ ਖੰਡ ਦੀ ਗੱਲ ਹੈ, ਮੈਂ ਵੇਖ ਰਿਹਾ ਸੀ ਮੂਵੀ, ਇੱਕ ਮੁੰਡਾ ਜਿਸ ਦੀ ਆਵਾਜ਼ ਚਲੀ ਗਈ, ਆਹ ਡਾਕਟਰਾਂ ਨੇ ਜਵਾਬ ਦੇ ਦਿੱਤਾ, ਉਹਨੇ ਦੁੱਖ ਭੰਜਨੀ ਮੇਰੀ ਹੇਠ ਇਸ਼ਨਾਨ ਕੀਤਾ, ਔਰ ਉਹਨੇ ਬਕਾਇਦਾ ਆਪ ਬੋਲ ਕੇ ਆਖਿਆ, ਕਹਿੰਦਾ ਮੇਰੀ ਆਵਾਜ਼ ਆ ਗਈ ਜੀ। ਆਵਾਜ਼ ਬੰਦ ਹੋ ਗਈ ਸੀਗੀ। ਗੁਰਦੁਆਰੇ ਨਹਾਉਂਦਿਆਂ ਸਾਰੀ ਸਰੋਵਰ ਵਿੱਚ ਇਸ਼ਨਾਨ ਕਰਨ ਤੋਂ ਉਹਦੀ ਆਵਾਜ਼ ਵਾਪਸ ਆ ਗਈ। ਤੋ ਇਸ ਲਈ ਇਹ ਜਿਹੜੀਆਂ ਬਾਬਾਣੀਆਂ ਕਹਾਣੀਆਂ ਨੇ ਪੁੱਤਰਾਂ ਤੋਂ ਸਪੁੱਤਰ ਕਰਦੀਆਂ ਨੇ। ਜੋ ਸਤਿਗੁਰੂ ਮਹਾਰਾਜ ਜੀ ਦਾ ਹੁਕਮ ਮੰਨ ਲੈਂਦਾ, ਸਤਿਗੁਰੂ ਜੀ ਉਪਦੇਸ਼ ਨੂੰ ਸਤ ਬਚਨ ਕਰਕੇ ਮੰਨਦਾ, ਜਿਹੜਾ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਦਾ ਉਹੀ ਮਹਾਰਾਜ ਨੂੰ ਭਾਉਂਦਾ ਹੈ, ਤੇ ਜਾਂ ਜਿਹੜਾ ਭਾਉਂਦਾ ਉਹ ਸਿੱਖ ਮਹਾਰਾਜ ਦੇ ਹੁਕਮ ਨੂੰ ਮੰਨਦੇ ਨੇ। ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ, ਸੇ ਕਰਮ ਕਰੇ ਨਾ। ਜਿਹੜੇ ਮਹਾਰਾਜ ਦੇ ਉਪਦੇਸ਼ ਨੂੰ ਮੰਨ ਲੈਂਦੇ ਨੇ ਉਹ ਨਿਸ਼ਕਾਮ ਕਰਮ, ਭਾਵ ਭਗਤੀ ਤੇ ਪਰਉਪਕਾਰ ਵਾਲੇ ਕਰਮ ਕਰਦੇ ਹਨ। ਜਿਵੇਂ ਬਾਬਾ ਬੁੱਢਾ ਸਾਹਿਬ ਨੇ ਸਾਰੀ ਉਮਰ ਪਰਉਪਕਾਰ ਕੀਤਾ, ਤੇ ਹੋਰ ਬੇਅੰਤ ਗੁਰਸਿੱਖਾਂ ਨੇ। ਭਾਈ ਲੱਧਾ ਪਰਉਪਕਾਰੀ, ਉਹਦੀ ਸਾਖੀ ਬੜੀ ਪ੍ਰਸਿੱਧ ਹੈ ਕਿ ਉਹਨੇ ਸੱਤੇ ਤੇ ਬਲਵੰਡੇ ਨੂੰ ਬਖਸ਼ਾਇਆ ਸੀਗਾ ਆਪ ਦਾ ਮੂੰਹ ਕਾਲਾ ਕਰਕੇ। ਇਹ ਮੱਖਣ ਸ਼ਾਹ ਲੁਬਾਣੀ ਦੀ ਸਾਖੀ, ਜਿਹਨੇ ਮਾਤਾ ਜੀ ਨੂੰ ਆਖਿਆ, ਲਿਆ ਮਾਤਾ ਨਾਨਕੀ ਕਿੱਥੇ ਚੁੱਲ੍ਹਾ ਹੈ, ਆਪ ਦੇ ਹੱਥਾਂ ਨਾਲ ਹੀ ਕਾਲਖ ਮੂੰਹ 'ਤੇ ਲਾ ਕੇ ਕਹਿੰਦਾ ਗੁਰਲਾਦੋ ਰੇ ਗੁਰਲਾਦੋ ਰੇ। ਹੁਣ ਸਾਖੀ ਪੜ੍ਹੀ ਹੋ, ਸੁਣੀ ਹੋ, ਤਾਂ ਹੀ ਸ਼ਰਧਾ ਵੱਜੂਗੀ। ਕਿਵੇਂ ਮਹਾਰਾਜ ਨੇ ਡੁੱਬਦਾ ਜਹਾਜ਼ ਬੰਨੇ ਲਾਇਆ। ਜੇ ਸਾਰੇ ਕੁਛ ਨੂੰ ਆਪਾਂ ਝੂਠ ਕਹਿ ਦਿਆਂਗੇ ਫਿਰ ਬਚੂਗਾ ਕੀ? ਕਥਾ ਹੀ ਸਾਰੀ ਇਤਿਹਾਸ ਦੀ ਹੈ ਗੁਰੂ ਘਰ ਦੇ ਵਿੱਚ। ਤੋ ਇਸ ਵਾਸਤੇ ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ। ਭਾਵੇਂ ਸਾਡੀ ਗੱਲ ਤੇ ਤੁਹਾਨੂੰ ਭਰੋਸਾ ਨਹੀਂ ਹੈ, 27 ਸਿਮਰਤੀਆਂ, 6 ਸ਼ਾਸਤਰਾਂ, ਬਿਆਸ ਰਿਖੀ, ਸੁਖਦੇਵ ਮੁਨੀ ਤੇ ਨਾਰਦ ਮੁਨੀ ਆਦਿਕਾਂ ਨੂੰ ਜਾ ਕੇ ਪੁੱਛ ਲੈਣਾ ਕਰੋ, ਜਿਹੜੇ ਬੜੇ ਵੱਡੇ ਗਿਆਨੀ ਮੰਨੇ ਨੇ। ਬਚਨ ਸਭ ਸ੍ਰਿਸ਼ਟ ਕਰੇ ਨਾ। ਭਾਵ ਉਹਨਾਂ ਦੇ ਲਿਖੇ ਗ੍ਰੰਥਾਂ ਨੂੰ ਪੜ੍ਹ ਕੇ ਵੇਖ ਲਓ, ਉਹ ਸਾਰੇ ਵੀ ਇਹੀ ਸ੍ਰੇਸ਼ਟ ਬਚਨ ਕਰਦੇ ਹਨ। ਇਹ ਸਾਰੇ ਇਹੀ ਸ੍ਰੇਸ਼ਟ ਬਚਨ ਕਰਦੇ ਨੇ ਕਿ ਪੂਰੇ ਗੁਰਾਂ ਦੀ ਆਗਿਆ ਦੇ ਅਨੁਸਾਰ ਹੀ ਚੱਲਣੇ ਕਰਕੇ ਸਿੱਖ ਜਿਹੜਾ ਹੈ, ਜਗਿਆਸੂ ਜੋ ਹੈ, ਸੰਸਾਰ ਸਮੁੰਦਰ ਤੋਂ ਤਰਦਾ ਹੈ। ਇੰਜ ਕਿਵੇਂ ਹੋਇਆ, ਉਂਝ ਕਿਵੇਂ ਹੋਇਆ। ਹੁਣ ਮੰਨ ਲਓ ਮੈਂ ਕਥਾ ਕਰ ਰਿਹਾ, ਮੈਨੂੰ ਮਾਫ ਕਰਨਾ। ਗੁਰਦੁਆਰੇ ਦਾ ਜਿਹੜਾ ਕੰਮ ਹੈ ਉਹ ਸ਼ੁਰੂ ਤੋਂ ਹੀ ਮਰਜ਼ਾਦਾ ਰਹੀ ਹੈ ਕਿ ਇੱਕ ਬੰਦਾ ਬੋਲੇ, ਬਾਕੀ ਬਹਿ ਕੇ ਸੁਣ। ਤੇ ਜੇ ਬੋਲਦਿਆਂ ਬੋਲਦਿਆਂ ਸਾਰੇ ਉੱਠ ਕੇ ਖੜੇ ਹੋ ਜਾਣ, ਯਾ ਇੰਜ ਕਿਵੇਂ ਹੋਇਆ, ਉਂਝ ਕਿਵੇਂ ਹੋਇਆ, ਫਿਰ ਤਾਂ ਰਸ ਟੁੱਟ ਜਾਊਗਾ, ਫਿਰ ਤਾਂ ਕੰਮ ਹੋਊਗਾ ਹੀ ਨਹੀਂ, ਉੱਥੇ ਵਿਘਨ ਪੈ ਜਾਊਗਾ। ਜਿਹੜੀ ਘੰਟਾ ਕਥਾ ਕਰਨੀ ਹੈ ਉਹ ਸਮਾਂ ਸਾਡਾ ਖਰਾਬ ਹੋ ਗਿਆ।
ਤੇ ਇਸ ਵਾਸਤੇ ਜਿਹੜੀ ਗੁਰਬਾਣੀ ਹੈ ਆਪਾਂ ਇਹ ਮੰਨ ਕੇ ਚੱਲਣਾ ਹੈ ਕਿ ਗੁਰਬਾਣੀ 'ਚ ਜੋ ਕੁਝ ਲਿਖਿਆ ਉਹ 100 ਬਲਕਿ 101% ਸਹੀ ਲਿਖਿਆ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਂ ਸਾਡੇ ਵੱਡਿਆਂ ਨੇ ਲਿਖਿਆ ਹੈ। ਔਰ ਜੋ ਵੀ ਐਕਸਪਲੇਨ ਕਰਨ ਵਾਲਾ ਉਹ ਗੁਰਬਾਣੀ ਦੇ ਅਕੋਰਡਿੰਗ ਹੀ ਆਪ ਦਾ ਪ੍ਰਚਾਰ ਕਰਦਾ ਹੈ। ਸਾਨੂੰ ਇਹ ਹੁਕਮ ਹੈ ਮਹਾਂਪੁਰਖਾਂ ਦਾ ਵੀ ਕੋਈ ਸਾਖੀ ਸੁਣਾਉਣੀ ਹੈ, ਉਹ ਵੀ ਇਤਿਹਾਸ ਦੀ, ਗੁਰੂਆਂ ਤੇ ਸੰਤਾਂ ਭਗਤਾਂ ਦੀ, ਅਰਥ ਬਿਲਕੁਲ ਗੁਰਬਾਣੀ ਦਾ, ਅਤੇ ਭਾਵ ਅਰਥ ਵਿਆਖਿਆ ਉਹ ਪੰਕਤੀ ਨਾਲ ਢੁੱਕਦੀ ਹੋਈ, ਅਤੇ ਬਾਕੀ ਜਿਹੜੀ ਆਪਦੀ ਬੋਲ ਬਾਣੀ ਉਹਦੀ ਮਾਫੀ ਮੰਗ ਲਈਦੀ ਹੈ। ਕੋਈ ਸ਼ੰਕਾ ਸ਼ੁਦਾ ਹੋਏ ਉਹਦੇ ਤੋਂ ਬਾਅਦ ਆਪਾਂ ਬੈਠ ਕੇ ਡਿਸਕਸ ਕਰ ਸਕਦੇ ਹਾਂ। ਪਰ ਗੁਰੂ ਸਾਹਿਬ ਦੀ ਬਾਣੀ ਦਾ ਪਾਠ ਚੱਲਦੇ ਆ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਕੀਰਤਨ ਚੱਲਦੇ ਆ, ਗੁਰਬਾਣੀ ਦਾ ਉਪਦੇਸ਼ ਕਥਾ ਦੇ ਹੁੰਦੇ ਆ, ਕੋਈ ਸਵਾਲ ਜਵਾਬ ਦੀ ਆਗਿਆ ਹੀ ਨਹੀਂ ਹੈ, ਤਰਕ ਦਾ ਮਤਲਬ ਹੀ ਕੋਈ ਨਹੀਂ, ਸਿਰ ਸੁੱਟ ਕੇ ਬਸ ਸੁਣਨ ਦਾ ਮਤਲਬ ਹੈ ਵੀ ਜੋ ਗੁਰੂ ਕਹਿ ਰਿਹਾ, ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਕਿੱਕਰਾਂ ਤੋਂ ਮਠਿਆਈਆਂ ਕਿਉਂ ਨਹੀਂ ਚੜ੍ਹਦੀਆਂ? ਗੁਰੂ ਨਾਨਕ ਸਾਹਿਬ ਦਾ ਬਚਨ ਸੀਗਾ ਤੇ ਮਠਿਆਈਆਂ ਚੜ੍ਹੀਆਂ, ਇਹ ਸਾਖੀਆਂ ਹਨ। ਇਹ ਤੋਂ ਇਲਾਵਾ ਜਿੰਨੀਆਂ ਵੀ ਸਾਖੀਆਂ ਨੇ ਨਾਨਕ ਪ੍ਰਕਾਸ਼ ਸਭ ਸਹੀ ਨੇ। ਤੋ ਇਸ ਵਾਸਤੇ ਜੋ ਗੁਰੂ ਸਾਹਿਬ ਦੀ ਆਗਿਆ ਦੇ ਅਨੁਸਾਰ ਚੱਲਦਾ ਉਹੀ ਸਿੱਖ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ। ਵੇਖੋ ਬਾਬਾ ਸ੍ਰੀ ਚੰਦ ਜੀ ਮਹਾਰਾਜ ਕਿੰਨੇ ਸੱਚੇ ਸੁੱਚੇ ਮਹਾਂਪੁਰਖ ਨੇ, ਇੱਕ ਵੀ ਉਹਨਾਂ ਦੇ ਵਿੱਚ ਗਲਤੀ ਨਹੀਂ, ਪਰ ਇੱਕੋ ਹੀ ਬਚਨ ਮੰਨਣ ਦੀ ਘਾਟ ਸੀਗੀ ਤੇ ਉਹ ਗੁਰੂ ਸਾਹਿਬ ਦੀ ਖੁਸ਼ੀ ਸਮਗਰ ਤੌਰ ਤੇ ਨਹੀਂ ਲੈ ਸਕੇ। ਸੱਚੈ ਲਾਏ ਸੱਚ ਲੱਗੇ, ਜਿਨ੍ਹਾਂ ਨੂੰ ਪਰਮੇਸ਼ਰ ਨੇ ਗੁਰਾਂ ਦੁਆਰਾ ਸੱਚੇ ਨਾਮ ਦੇ ਵਿੱਚ ਲਾਇਆ ਉਹੀ ਸੱਚੇ ਨਾਮ ਜਪਣ ਵਿੱਚ ਲੱਗੇ ਹਨ। ਸਦਾ ਸੱਚ ਸੰਭਾਲੇ ਨਾ, ਪਰ ਉਹ ਸਦਾ ਹਮੇਸ਼ਾ ਹੀ ਸੱਚੇ ਨਾਮ ਪਰਮੇਸ਼ਰ ਨੂੰ ਸੰਭਾਲਦੇ ਯਾਦ ਕਰਦੇ ਰਹਿੰਦੇ ਹਨ। ਨਾਨਕ ਆਏ ਸੇ ਪਰਵਾਨ ਪਏ। ਹੁਣ ਗੁਰਦੁਆਰੇ ਆਪਾਂ ਆ ਕੇ ਲੜਨ ਨਹੀਂ ਬਹਿ ਜਾਈਏ ਵੀ ਆ ਇੰਜ ਕਿਉਂ ਹੋ ਰਿਹਾ, ਉਂਝ ਕਿਉਂ ਹੋ ਰਿਹਾ, ਕੀ ਲੈ ਕੇ ਜਾਵਾਂਗੇ ਦੱਸੋ? ਜੇ ਸ਼ਰਧਾ ਸੰਯੁਕਤ ਸੁਣਾਂਗੇ, ਸ਼ਰਧਾ ਰੱਖਾਂਗੇ ਤਾਂ ਹੀ ਆਇਆ ਪ੍ਰਮਾਣ ਸਮਾਂ ਸਫਲ ਹੋਊਗਾ। ਸੰਸਾਰ ਦੇ ਵਿੱਚ ਆਏ ਆ, ਆਪਦੇ ਧਰਮ ਦੇ ਹੀ ਤਰਕ ਕਰੀ ਜਾ ਰਹੇ ਆ। ਸਾਨੂੰ ਅੱਜ ਤੱਕ ਇੰਨਾ ਹੀ ਪਤਾ ਨਹੀਂ ਲੱਗਾ। ਮੈਂ ਤਾਂ ਹੈਰਾਨ ਹਾਂ ਸਿੱਖਾਂ ਦੀ ਵਿੱਦਿਆ ਦੇ ਵਾਰੇ ਵਾਰੇ ਜਾਈਏ। ਨਮਸਕਾਰ ਵਿਦਵਾਨਾਂ ਨੂੰ, ਵਧੀਆ ਸੋਹਣੀ ਪੱਗ ਪੁੱਗ ਬੰਨੀ ਹੋ, ਦਾੜੀ ਦੂੜੀ ਸੋਹਣੀ ਬੰਨੀ ਹੋਊਗੀ, ਟਾਈ ਟੂਈ ਐਂ ਕੋਟ ਪੈਂਟ ਸੋਹਣਾ ਹੋ, ਅਤੇ ਸਵਾਲ ਕਰਨਗੇ ਇਹ ਜੀ ਅੰਮ੍ਰਿਤ ਛਕਣ ਦਾ ਕੀ ਫਾਇਦਾ ਜੀ? ਇੱਕ ਸਾਡੇ ਸਕੇ ਸੋਧਰੇ ਨੇ ਮੈਨੂੰ ਪੁੱਛਿਆ, ਅਖੇ ਜੀ ਗੁਰਬਾਣੀ ਦੀ ਪੰਕਤੀ ਦੱਸੋ ਜਿਸ 'ਚ ਲਿਖਿਆ ਵੀ ਦਾੜੀ ਕਾਲੀ ਨਹੀਂ ਕਰਨੀ ਚਾਹੀਦੀ। ਮੈਂ ਬਥੇਰਾ ਉਹਨੂੰ ਸਪਸ਼ਟੀਕਰਨ ਦਿੱਤਾ ਵੀ ਮਹਾਂਪੁਰਖ ਦੱਸਦੇ ਹੁੰਦੇ ਸੀਗੇ ਵੀ ਜੇ ਜਰਵਾਣਾ ਪਰ ਹਰੈ ਜਰ ਵੇਸ ਕਰਿੰਦੀ ਆਈ ਹੈ, ਕਿ ਜੇ ਬੁਢੇਪੇ ਨੂੰ ਦੂਰ ਕਰਨ ਵਾਸਤੇ ਆਪਾਂ ਕੁਛ ਵੀ ਕਰੀਏ ਤਾਂ ਬੁਢੇਪੇ ਨੇ ਤਾਂ ਆ ਹੀ ਜਾਣਾ। ਕਹਿੰਦੇ ਇਹਦੇ 'ਚ ਇਹ ਥੋੜ੍ਹਾ ਲਿਖਿਆ ਵੀ ਦਾੜੀ ਕਾਲੀ ਨਹੀਂ ਕਰਨੀ। ਅਤੇ ਮੈਂ ਕਿਹਾ ਹੋਰ ਕੀ ਲਿਖਿਆ? ਕਾਲੀ ਕਰਨ ਦਾ ਮਤਲਬ ਤਾਂ ਜਵਾਨ ਰਹਿਣ ਦਾ ਹੀ ਆ। ਬਾਬਾ ਜੀ ਕਹਿੰਦੇ ਹੁੰਦੇ ਵੀ ਆਪਦੇ ਹੱਥਾਂ ਦੇ ਨਾਲ ਆਪਦਾ ਮੂੰਹ ਹੀ ਕਾਲਾ ਕਰਨਾ, ਇਹਦੇ ਬਰਾਬਰ ਦੱਸੋ ਹੋਰ ਕਿੱਡਾ ਕੁ ਆਪਾਂ ਵੱਡਾ ਗੁਨਾਹ ਗਿਣੀਏ? ਸਭ ਤੋਂ ਵੱਡਾ ਗੁਨਾਹ ਤਾਂ ਇਹੀ ਹੈ ਵੀ ਆਪਦਾ ਮੂੰਹ ਆਪਦੇ ਹੱਥੀਂ ਕਾਲਾ ਕਰ ਬੈਠਣਾ। ਜੋ ਨੈਚੁਰਲੀ ਵਾਹਿਗੁਰੂ ਜੀ ਨੇ ਦਾਤ ਦਿੱਤੀ ਹੈ, ਜਿੰਨਾ ਚਿਰ ਕਾਲੇ ਉਹਨਾਂ ਚਿਰ ਕਾਲੇ, ਅਤੇ ਭਵਰ ਗਏ ਬਗ ਬੈਠੇ ਆਏ। ਫਰੀਦ ਕਹਿੰਦਾ ਵੀ ਹੁਣ ਕਾਲੇ ਕਾਂ ਚਲੇ ਗਏ ਅਤੇ ਹੁਣ ਭੌਰੇ ਆਪਣਾ ਕਾਲੇ ਭੌਰੇ ਚਲੇ ਗਏ ਅਤੇ ਬਗਲਿਆਂ ਦੀ ਤਰ੍ਹਾਂ ਚਿੱਟੇ ਕੇਸ ਆ ਕੇ ਉਹਨਾਂ ਦਸਤਕ ਦੇ ਦਿੱਤੀ। ਤਾਂ ਮੀਲ ਪੱਥਰਾਂ ਦੀ ਤਰ੍ਹਾਂ ਹਨ। ਸਾਡੀ ਉਮਰ ਦੇ ਹਿਸਾਬ ਕਿਤਾਬ ਨਾਲ ਸਾਨੂੰ ਮੰਨਣਾ ਪਏਗਾ। ਅਤੇ ਇਹ ਮੈਂ ਗੱਲ ਵੇਖੀ ਆ, ਤੁਸੀਂ ਵੀ ਮਹਿਸੂਸ ਕਰੋਗੇ ਜਿੰਨੇ ਚਿੱਟੇ ਹੋਏ ਸੋ ਤਾਂ ਹੋਏ ਹੀ ਨੇ, ਅਤੇ ਜਿਹੜੇ ਕਾਲੇ ਨੇ ਕੁਛ ਰੱਬ ਵੱਲੋਂ ਬਚੇ ਹੋਏ। ਜੇ ਚਿੱਟਿਆਂ ਨੂੰ ਕਾਲੇ ਕਰਨ ਦੀ ਕੋਸ਼ਿਸ਼ ਕਰਾਂ ਕਲਪ ਕੁਲਪ ਲਾ ਕੇ, ਉਹ ਜਿੰਨੇ ਕਾਲੇ ਨੇ ਉਹ ਵੀ ਚਿੱਟੇ ਹੋ ਜਾਣਗੇ, ਉਹ ਵੀ ਨਹੀਂ ਬਚਣਗੇ। ਕਹਿੰਦਾ ਨਹੀਂ ਬਾਣੀ 'ਚੋਂ ਇਹ ਦਿਖਾ ਵੀ ਕਿੱਥੇ ਲਿਖਿਆ। ਹੁਣ ਦੱਸੋ ਸਾਰੀਆਂ ਗੱਲਾਂ ਬਾਣੀ 'ਚ ਥੋੜ੍ਹੋ ਲਿਖੀਆਂ ਹੁੰਦੀਆਂ। ਤੋ ਇਸ ਤਰ੍ਹਾਂ ਦੀ ਵਿੱਦਿਆ ਨੂੰ ਦੱਸੋ ਆਪਾਂ ਕੀ ਜਵਾਬ ਦਿਆਂਗੇ? ਜਿਸ ਬੰਦੇ ਨੂੰ ਇਹੀ ਨਹੀਂ ਪਤਾ, ਸਾਰੀ ਉਮਰ ਲੰਘ ਗਈ ਵੀ ਅੰਮ੍ਰਿਤ ਛਕਣ ਦਾ ਫਾਇਦਾ ਕੀ ਹੈ, ਲਾਭ ਕੀ ਹੈ,
ਲਾਭ ਤੇ ਨੁਕਸਾਨ ਦਾ ਆਪਾਂ ਬਾਅਦ ਚ ਵੇਖਾਂਗੇ, ਪਰ ਗੁਰੂ ਦਾ ਹੁਕਮ ਤਾਂ ਵੇਖੀਏ। ਪੀਵੋ ਪਾਹੁਲ ਖੰਡੇ ਧਾਰ ਹੋਵੇ ਜਨਮ ਸੁਹੇਲਾ। ਮਹਾਰਾਜ ਨੇ ਆਖਿਆ ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਠੀਕ ਹੈ, ਅੰਮ੍ਰਿਤ ਮਹਾਰਾਜ ਦਾ ਨਾਮ ਹੀ ਹੈ, ਤੇ ਪਰ ਉਹ ਖੰਡੇ ਬਾਟੇ ਦਾ ਅੰਮ੍ਰਿਤ ਵੀ ਤਾਂ ਬਾਣੀ ਪੜ੍ਹ ਕੇ ਤਿਆਰ ਹੋਇਆ। ਗੁਰੂ ਸਾਹਿਬ ਦੀ ਮਰਜ਼ਾਦਾ ਮਹਾਨ ਨੇ ਆਪ ਅੰਮ੍ਰਿਤ ਪਾਨ ਕੀਤਾ, ਅੱਗੇ ਸਿੱਖਾਂ ਨੂੰ ਹੁਕਮ ਲਾਇਆ। ਆਪ ਗੁਰੂ ਸਾਹਿਬ ਸੋ 5 ਕਕਾਰੀ ਰਹਿਤ ਵਾਲੇ ਸਨ। ਰਹਿਣੀ ਰਹਿ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਤੇ ਇਸ ਵਾਸਤੇ ਮੂਲ ਮੰਤਰ ਕਿੱਥੋਂ ਤੱਕ ਹੈ, ਇੱਥੋਂ ਨਹੀਂ ਉੱਥੋਂ ਤੱਕ ਹੈ, ਫਿਰ ਤਾਂ ਕੋਈ ਲਾਭ ਨਾ ਹੋਇਆ। ਜੇ ਲੜਾਈ ਝਗੜੇ ਤਰਕ ਵਾਲੀਆਂ ਗੱਲਾਂ 'ਚ ਪਏ ਰਹੇ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਗੁਰੂ ਘਰ ਆਏ ਹੋਏ, ਸੰਸਾਰ ਵਿੱਚ ਆਏ ਹੋਏ ਉਹ ਲੋਕ ਪ੍ਰਮਾਣਿਕ ਹਨ, ਉਹੀ ਪ੍ਰਮਾਣ ਹੋਏ ਨੇ। ਜੇ ਸਗਲੇ ਕੁਲ ਤਾਰੇ ਨਾ, ਜਿਹੜੇ ਮਹਾਰਾਜ ਦੇ ਬਚਨਾਂ ਦੇ ਸ਼ਰਧਾ ਰੱਖ ਕੇ ਗੁਰੂ ਦੀ ਮਰਜ਼ਾਦਾ ਵਿੱਚ ਆਉਂਦੇ ਨੇ, ਮਹਾਰਾਜ ਦੀ ਬਾਣੀ ਪੜ੍ਹਦੇ, ਨਾਮ ਜਪਦੇ, ਸੰਗਤ ਕਰਦੇ, ਕਮਾਈ ਕਰਦੇ, ਕਥਾ ਕੀਰਤਨ ਵਿੱਚ ਜੁੜ ਕੇ ਆਪ ਦਾ ਆਪ ਤਾਰਦੇ ਤੇ ਆਪ ਦੀਆਂ ਸਾਰੀਆਂ ਕੁਲਾਂ ਨੂੰ ਪ੍ਰੇਮਾ ਭਗਤੀ ਭਜਨ ਸਿਮਰਨ ਚਲਾ ਕੇ ਤਾਰ ਦਿੰਦੇ ਨੇ। ਆਪ ਤਰੇ ਤਾਰੇ ਨਸਰਿਠ। ਮਹੱਲਾ ਤੀਜਾ। ਤੀਜੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਨ ਕਰਦੇ ਨੇ, ਗੁਰੂ ਜਿਨਾ ਕਾ ਅੰਦੁਲਾ। ਜਿਨ੍ਹਾਂ ਮਨਮੁਖ ਪੁਰਖਾਂ ਦਾ ਜਿਹੜਾ ਆ ਸਰਸੇ ਵਾਲਾ ਇੱਕ ਬੈਠਾ ਜੇਲ੍ਹ 'ਚ, ਬੜੀਆਂ ਕਾਲੀਆਂ ਕਰਤੂਤਾਂ ਵਾਲਾ ਅੰਨਾ ਅਗਿਆਨੀ, ਉਹਨੂੰ ਆਪ ਨਹੀਂ ਅਕਲ ਵੀ ਰਹਿਣਾ ਕਿਵੇਂ, ਸਮਾਜ ਦੇ ਵਿੱਚ ਵਿਚਰਨਾ ਕਿਵੇਂ ਹੈ, ਪਬਲਿਕ ਪਲੇਸ। ਗੁਰੂ ਘਰ ਤਾਂ ਸਾਰਿਆਂ ਨੇ ਆਉਣਾ, ਧੀਆਂ ਭੈਣਾਂ ਬਾਲ ਬੱਚੇ ਸਭਨਾਂ ਨੇ ਆਉਣਾ। ਆਪਦੀ ਨਿਗਾਹ ਤਾਂ ਸਵੱਲੀ ਰੱਖੋ ਭਾਈ। ਮਹਾਰਾਜ ਨੇ ਬਾਣੀ 'ਚ ਕੀ ਲਿਖਿਆ ਭਲਾ, ਪਰ ਤੇਰਾ ਰੂਪਣਾ ਪੇਖਾ ਨੇਤਰ। ਜਿਹਨੂੰ ਆਪ ਇੰਨੀ ਨਹੀਂ ਅਕਲ ਗੁਰੂ ਬਣ ਕੇ ਵੀ ਧੀ ਭੈਣ ਦੀ ਇੱਜ਼ਤ ਨੂੰ ਕਿਵੇਂ ਦੇਖਣਾ, ਦੱਸੋ ਨਕੰਮਾ ਦੂਜੇ ਨੂੰ ਕੀ ਸਮਝਾਊਗਾ। ਸਾਡੇ ਨਿਆਣੇ ਜੋ ਕੁਝ ਵੇਖਣ ਉਹੀ ਕਰਨਗੇ, ਜੋ ਕੁਝ ਉਹ ਆਪ ਕੀਤਾ ਉਹੀ ਕੁਛ ਉਹਦੇ ਚੇਲੇ ਬਾਲ ਕੇ। ਜਿਹਦਾ ਗੁਰੂ ਹੀ ਅੰਨਾ ਕਲਯੁਗੀ ਗੁਰੂ, ਦੱਸੋ ਉਹਦੇ ਤੋਂ ਸਿੱਖਿਆ ਕੋਈ ਕੀ ਲਏਗਾ। ਸਿੱਖ ਵੀ ਅੰਦੇ ਕਰਮ ਕਰੇ ਨਾ। ਇਹ ਆਪਾਂ ਨਿੰਦਿਆ ਨਹੀਂ ਕਰਦੇ, ਬਕਾਇਦਾ ਇਹ ਸਭ ਕੁਝ ਕੇਸ ਹੋਇਆ, ਸਾਰਾ ਫੈਸਲਾ ਹੋਇਆ, ਬਕਾਇਦਾ ਚਰਚਾ ਹੋਈ, ਇਹ ਮੰਨਿਆ ਗਿਆ। ਤੋ ਇਸ ਵਾਸਤੇ ਜਿਹੜਾ ਗੁਰੂ ਅੰਨਾ ਹੈ, ਉਹਦੇ ਜਿਹੜੇ ਸਿੱਖ ਨੇ ਉਹ ਵੀ ਮਨਬੁੱਧ ਨੇਤਰਾਂ ਦੇ ਵਿੱਚ ਵਿਚਾਰ ਰੂਪ ਨਿਗਾਹ ਤੋਂ ਬਗੈਰ ਹੋਣ ਕਰਕੇ ਅੰਨੇ ਹੋਣਗੇ। ਉਹਦੇ ਸ਼ਾਗਿਰਦ ਚੇਲੇ ਚਾਪਟੇ ਅੰਧਤਾਈ ਅਗਿਆਨਤਾ ਵਾਲੇ ਕਰਮ ਕਮਾਉਣਾ ਕਰਦੇ ਹਨ। ਉਹ ਲੋਕ ਜਾਂਦੇ ਹੀ ਉੱਥੇ ਇਸ ਲਈ ਨੇ ਵੀ ਆਪ ਦਾ ਸੁੱਖ ਲਈਏ, ਮੌਜਾਂ ਮਾਣੀਏ। ਪੈਸੇ ਵਾਲੀ ਦੁਨੀਆ, ਤੇ ਪੈਸਾ ਦੇਈ ਜਾਓ ਤੇ ਗਲਤ ਕਰਮ ਕਰੀ ਜਾਓ। ਓਏ ਭਾਣ ਚੱਲਣ ਆਪਣ। ਜਿਵੇਂ ਰਾਮ ਰਾਏ ਦੇ ਚੇਲਿਆਂ ਨੇ, ਰਾਮ ਰਾਏ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਸੀਗਾ, ਤੇ ਉਹਨੇ ਬੇਨਤੀ ਕੀਤੀ ਵੀ ਮਹਾਰਾਜ ਜੋ ਕੁਛ ਹੋਇਆ ਉਹਨੂੰ ਮਾਫ ਕਰ ਦਿਓ। ਉਹੀ ਗੁਰਤਾ ਗੱਦੀ ਹੈ ਜਿਹਦੇ ਤੇ ਆਪ ਬਿਰਾਜਮਾਨ ਹੋ। ਕੋਈ ਸ਼ਰਾਬ ਸਰੂਪ ਮੇਰੀ ਗਲਤੀ ਕਾਰਨ ਜੋ ਵੀ ਹੈ ਮੈਨੂੰ ਮਾਫ ਕਰੋ। ਮੈਨੂੰ ਬੁੱਢਾ ਬੰਦਾ ਤੇ ਮਹਾਰਾਜ ਅਗਲਾ ਪਾਸਾ ਮੈਂ ਵੇਖ ਰਿਹਾ ਤੇ ਕਿਰਪਾ ਕਰੋ। ਮਹਾਰਾਜ ਕਹਿੰਦੇ ਰਾਮ ਰਾਏ ਤੈਨੂੰ ਤਾਂ ਬਖਸ਼ ਦਿੰਦੇ ਆ, ਪਰ ਤੇਰੀ ਸੰਗਤ ਨਹੀਂ ਬਖਸ਼ਾਂਗੇ। ਤੇ ਵੇਖੋ ਉਹਦੀ ਸੰਗਤ ਹੀ ਉਹਦੇ ਨਾਸ਼ ਦਾ ਕਾਰਨ ਬਣੀ। ਜਿਹੜੇ ਮਸੰਦ ਵਿਗੜੇ ਹੋਏ ਸੀਗੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਬਾਬਾ ਰਾਮ ਰਾਏ, ਤੇ ਉਹ ਆਪਦੇ ਮੂੜਮਤੀ ਹੈ, ਆਪਦੀ ਮਰਜ਼ੀ ਕਰਦੇ ਸੀ, ਸੰਗਤਾਂ ਨੂੰ ਲੁੱਟਦੇ ਸੀਗੇ। ਵੇਸਵਾਗਾਮੀ ਸੀ, ਸ਼ਰਾਬੀ ਕਬਾਬੀ, ਹਜ਼ਾਰਾਂ ਹੀ ਉਹਨਾਂ ਚੌਗਣ ਤੰਗ ਪਰੇਸ਼ਾਨ ਕਰਦੇ। ਤਾਈਓ ਤਾਂ ਮਹਾਰਾਜ ਨੇ ਫੜ ਫੜ ਕੇ ਕੜਾਹਿਆਂ 'ਚ ਸੁੱਟੇ ਸੀ, ਉਹਨਾਂ ਨੂੰ ਤੇਲ ਦੇ ਵਿੱਚ ਪਕੌੜੇ ਵਾਂਗ ਤਲਿਆ। ਉਹਨਾਂ ਲੋਕਾਂ ਨੇ ਆ ਮਾਤਾ ਪੰਜਾਬ ਕੌਰ ਆ ਕੇ ਰੋਈ ਸੀਗੀ ਕਿ ਮਹਾਰਾਜ ਆਪਦੇ ਗੁਰੂ ਨਹੀਂ ਲੈ ਕੇ ਬਹਿ ਗਏ ਇਹ ਜਿਹੜੇ ਚੇਲੇ ਨੇ। ਉਹਨੇ ਆਖਿਆ ਸੀ ਵੀ ਮੈਨੂੰ ਹੱਥ ਨਾ ਲਾਇਓ, ਮੇਰਾ ਕਮਰਾ ਨਾ ਖੋਲਿਓ, ਮੈਂ ਕਿਸੇ ਦੀ ਸਹਾਇਤਾ ਕਰਨ ਜਾ ਰਿਹਾ। ਆਖੇ ਜੀ ਇੰਜ ਕਿਵੇਂ ਹੋ ਸਕਦਾ, ਇਹ ਜਿਉਂਦਾ ਕਿਵੇਂ ਰਹਿ ਸਕਦਾ ਇੰਨਾ ਚਿਰ। ਉਹਨੂੰ ਫੜ ਕੇ ਜਿਉਂਦੇ ਨੂੰ ਹੀ ਅੱਗ ਲਾਤੀ। ਵੇਖੋ ਇਹ ਚੇਲਿਆਂ ਨੇ ਕੀਤਾ ਸੀਗਾ ਕੰਮ। ਉਹ ਵਿਚਾਰੀ ਰੋਂਦੀ ਰਹਿ ਗਈ, ਕਹਿੰਦੇ ਮਹਾਰਾਜ ਹੁਣ ਮੈਨੂੰ ਵੀ ਮਾਰਨਗੇ, ਮੇਰੀ ਰੱਖਿਆ ਕਰੋ। ਉਹ ਫਿਰ ਪੰਜਾਬ ਕੋਲ ਦੇਹਰਾਦੂਨ ਲੈ ਕੇ ਗਈ ਸੀ, ਉਹ ਅਜੇ ਵੀ ਕੜਾਇਆ ਦੇਹਰਾਦੂਨ ਪਿਆ ਹੋਇਆ। ਫਿਰ ਮਹਾਰਾਜ ਨੇ ਸਜ਼ਾ ਦਿੱਤੀ ਮਸੰਦਾਂ ਨੂੰ
ਵਿਗੜੇ ਹੋਏ ਲੋਕ ਜਿਹੜੇ ਨੇ ਉਹ ਆਪਦੇ ਗੁਰੂ ਤੇ ਤਲਵਾਰ ਰੱਖ ਦਿੰਦੇ ਨੇ, ਆਪਦੀ ਮਰਜ਼ੀ ਦੇ ਮੁਤਾਬਕ ਆਪਦੇ ਹੁਕਮ ਅਨੁਸਾਰ ਨਾ ਗੁਰੂ ਦਾ ਲੈਂਦੇ ਨੇ, ਲੁੱਟਦੇ ਆਪ ਹਨ। ਹੋਏ ਭਾਣ ਚੱਲਣ ਆਪਣ, ਅੰਧੇ ਖੂਹੀ ਅੰਧੇ ਠੇਲੇ, ਅੰਧੇ ਗੁਰੂ ਤੇ ਭਰਮ ਨਾ ਜਾਈ। ਗੁਰੂ ਜਿਨ੍ਹਾਂ ਕਾ ਅੰਧੁਲਾ ਸਿੱਖ ਪੀ ਅੰਧੇ ਕਰਮ ਕਰੇਨ। ਕੋਈ ਭਾਣੇ ਚੱਲਣ ਆਪਣੇ ਨੇ ਝੂਠੋ ਝੂਠ ਬੋਲੇ। ਗੁਰੂ ਦੇ ਅੰਨੇ ਗੁਰੂ ਦੇ ਸਿੱਖ ਆਪਦੇ ਹੁਕਮ ਦੇ ਅਨੁਸਾਰ ਚੱਲਦੇ, ਹਮੇਸ਼ਾ ਝੂਠ ਹੀ ਝੂਠ ਬੋਲਦੇ, ਝੂਠੇ ਪਦਾਰਥਾਂ ਲਈ ਸਦਾ ਝੂਠ ਹੀ ਬੋਲਦੇ ਰਹਿੰਦੇ ਹਨ। ਨਿਤ ਝੂਠੋ ਝੂਠ ਬੋਲੇ ਨਾ। ਝੂਠ ਦਾ ਮਤਲਬ ਇਹ ਹੈ ਕਿ ਸੱਚੀ ਬਾਣੀ ਨੂੰ ਨਹੀਂ ਪੜ੍ਹਦੇ, ਸੱਚਾ ਨਾਮ ਨਹੀਂ ਜਪਦੇ, ਵਿਸ਼ੇ ਵਿਕਾਰਾਂ ਦੀਆਂ ਗੰਦੀਆਂ ਬੰਦੀਆਂ ਝੂਠੀਆਂ ਗੱਲਾਂ ਦੇ ਵਿੱਚ ਤੇ ਝੂਠੇ ਪਦਾਰਥਾਂ ਦੇ ਲੋਭ ਲਾਲਚ ਵਿੱਚ ਲੱਗੇ ਹੋਏ ਹਨ। ਕੂੜ ਕੁਸਤ ਕਮਾਵੰਦੇ, ਉਹ ਝੂਠ ਦੀ ਕਮਾਈ ਹੋਈ ਕਰਦੇ ਨੇ, ਉਹਨਾਂ ਕੋਈ ਸੇਵਾ ਥੋੜ੍ਹੋ ਕਰਨੀ ਹੋਈ, ਜਾਂ ਨਾਮ ਨਹੀਂ ਜਪਣਾ ਜਾਂ ਤਪ ਨਹੀਂ ਕਰਨਾ ਹੋਇਆ। ਹਮੇਸ਼ਾ ਖੋਟੇ ਹੱਠ ਖੋਟੇ ਕਰਮਾਂ ਨੂੰ ਕਮਾਉਂਦੇ, ਝੂਠ ਦੀ ਕਮਾਈ ਕਰਦੇ ਹਨ। ਪਰ ਨਿੰਦਾ ਸਦਾ ਕਰੇ ਨਾ, ਪਰ ਹਮੇਸ਼ਾ ਪਰਾਈ ਦੀ ਨਿੰਦਿਆ ਕਰਦੇ ਰਹਿੰਦੇ ਹਨ। ਗੁਰੂ ਦੇ ਸਿੱਖਾਂ ਦਾ ਜੀਵਨ ਜੇ ਤੁਸੀਂ ਪੜ੍ਹ ਕੇ ਵੇਖੋ, ਮੈਂ ਵੀ ਇੱਕ ਕਾਲਜੀਟ ਮੁੰਡਾ ਸੀਗਾ, ਖਾਲਸਾ ਜੀਵਨ ਮੈਂ ਪੜ੍ਹਿਆ, ਔਰ ਇੰਨੀ ਸੋਹਣੀ ਉਹਦੇ 'ਚ ਜੀਵਨੀ ਮਹਾਂਪੁਰਖਾਂ ਦੀ ਲਿਖੀ ਹੋਈ ਹੈ। ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ, ਉਹਨਾਂ ਦੇ ਜੀਵਨ ਕਾਲ ਦੀ ਇਹ ਸਾਖੀ ਹੈ ਵੀ ਮਹਾਂਪੁਰਖ 100-150 ਦੇ ਕਰੀਬ ਸਿੰਘਾਂ ਨੂੰ ਆਪਦੇ ਕੋਲ ਰੱਖਦੇ। ਪਹਿਲੀ ਗੱਲ ਤਾਂ ਬੰਦਾ ਅਖੰਡ ਪਾਠੀ ਹੋਵੇ। ਸੋ ਐਮਏ ਦੀ ਪੜ੍ਹਾਈ ਤਾਂ ਕੋਈ ਤਾਂ ਕਰੇਗਾ ਜੇ ਉਹਨੇ BA ਪਾਸ ਕੀਤੀ ਹੋਊਗੀ, ਅਤੇ ਇਸ ਲਈ ਅਖੰਡ ਪਾਠੀ ਨੂੰ ਆਪਦੇ ਕੋਲ ਰੱਖਦੇ ਵੀ ਘੱਟੋ ਘੱਟ ਬਾਣੀ ਪੜ੍ਹਨੀ ਆਉਂਦੀ ਹੋਵੇ, ਅਤੇ ਉਹਨੂੰ ਅਰਥਾਂ ਦੀ ਸੰਥਿਆ ਕਰਾਉਂਦੇ। ਔਰ ਉਹਨਾਂ ਦੀ ਕੰਡੀਸ਼ਨ ਸੀਗੀ ਵੀ ਜਿਹਨੇ ਮੇਰੇ ਕੋਲ ਰਹਿ ਕੇ ਅਰਥ ਸਿੱਖਣੇ ਨੇ, 24 ਘੰਟਿਆਂ ਵਿੱਚ 1 ਘੰਟਾ ਪੜ੍ਹਾਈ ਹੁੰਦੀ, 1 ਘੰਟਾ ਕਥਾ ਜਾਂ ਸਵਾ 1.5 ਘੰਟਾ ਵੱਧ ਤੋਂ ਵੱਧ। ਔਰ ਉਸ ਤੋਂ ਬਾਅਦ ਇਹਨੂੰ ਪੜ੍ਹ ਕੇ ਇਹਨੂੰ ਯਾਦ ਕਰਨਾ ਔਰ ਆਪ ਦੀ ਕਮਾਈ ਕਰਨੀ ਹੈ। 5 ਗ੍ਰੰਥੀ ਇਹਦਾ ਨਿਤਨੇਮ ਹੋਣਾ ਚਾਹੀਦਾ। ਅੰਮ੍ਰਿਤ ਵੇਲੇ 2:30 ਵਜੇ, ਅਜੇ ਵੀ ਪਿੰਡਰਾਂ ਦੀ ਮਰਜ਼ਾਦਾ। ਸੰਤ ਮੋਹਨ ਸੋਂ ਖਾਲਸਾ ਪਿੰਡਰਾਂ ਵਾਲੇ ਇੱਕ ਵਾਰ ਬਰਸੀ ਮਨਾਈ, ਅਤੇ ਉਹ ਟਾਈਮ ਦੇਣ ਲੱਗੇ, ਕਹਿੰਦੇ ਆ ਜਾਓ ਭਾਈ ਸਟੇਜ 'ਤੇ ਬੰਦਾ ਉਹ ਚੜ੍ਹੇ ਜਿਹੜਾ ਘੱਟੋ ਘੱਟ 2.5 ਘੰਟੇ ਵਾਹਿਗੁਰੂ ਕਰਦਾ ਜਾਂ ਇੰਨੀ ਬਾਣੀ ਦਾ ਨਿਤਨੇਮ ਕਰਦਾ। ਸਾਰੇ ਪਛਾਣ ਹੋ ਗਏ। ਮਹਾਂਪੁਰਖ ਦਾ ਆਪ ਹੀ ਕਥਾ ਕਰਿਆ ਕਰਦੇ, ਬੜਾ ਉਹਨਾਂ ਦਾ ਜਪ ਤਪ ਸੀਗਾ, 24 ਘੰਟੇ ਲਗਾਤਾਰ। ਤੋ ਅਜੇ ਵੀ ਉੱਥੇ 1 ਵਜੇ ਅੰਮ੍ਰਿਤ ਵੇਲੇ ਉੱਠ ਕੇ ਪ੍ਰਕਾਸ਼ ਕਰਕੇ ਅਤੇ 6 ਵਜੇ ਤੱਕ ਸਾਰੀ ਸਮਾਪਤੀ ਕਰਕੇ ਆਪੋ ਆਪਣੇ ਆਸਨਾਂ ਦੇ ਦਿਨੇ ਘੜੀ ਬੰਦਾ ਆਰਾਮ ਕਰ ਲੇ, ਉਹ ਭਾਵੇਂ ਸਰੀਰ ਦੇ ਹਿਸਾਬ ਨਾਲ ਜਿਸ ਤਰ੍ਹਾਂ ਮਰਜ਼ੀ ਹੋਵੇ, ਪਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। 5 ਗ੍ਰੰਥੀ ਦਾ ਨਿਤਨੇਮ, ਹੋਰ ਬਾਣੀ ਦਾ ਨਿਤਨੇਮ ਜ਼ਰੂਰੀ ਹੈ। ਮਹਾਂਪੁਰਖ ਬਾਬਾ ਗੁਰਬਚਨ ਸਿੰਘ ਸਾਹਿਬ ਖਾਲਸਾ ਪਿੰਡਾਂ ਵਾਲਿਆਂ ਦੀਆਂ ਸਾਖੀਆਂ, ਜਿਹੜੀ ਖੁਦ ਉਹਨਾਂ ਨੇ ਆਪ ਕਮਾਈ ਕੀਤੀ, 1.25 ਲੱਖ ਮੂਲ ਮੰਤਰ ਦਾ ਪਾਠ ਪੜ੍ਹਿਆ ਔਰ ਬੜਾ ਜਪ ਤਪ, ਕਦੀ ਹਰਿਮੰਦਰ ਸਾਹਿਬ, ਕਦੀ ਕਿਤੇ ਕਦੀ ਕਿਤੇ, ਔਰ 27 ਕਥਾ ਕੀਤੀਆਂ ਵਿਚਰ ਕਰਕੇ ਸੰਗਤਾਂ ਦੇ ਵਿੱਚ। ਸੰਤ ਬਾਬਾ ਕਰਤਾਰ ਸਿੰਘ ਸਾਹਿਬ ਜੀ ਇੱਕ ਦਿਨ 'ਚ 7 ਕਥਾ ਕਰਦੇ, ਔਰ 15 ਮਿੰਟਾਂ ਦੇ ਵਿੱਚ ਸ੍ਰੀ ਸੁਖਮਨੀ ਸਾਹਿਬ ਦਾ ਜ਼ਬਾਨੀ ਪਾਠ ਸੁਣਾ ਦੇਣਾ। ਰਾਤ 12 ਵਜੇ ਉੱਠ ਕੇ ਅਤੇ ਇਸ਼ਨਾਨ ਕਰਕੇ ਅਖੰਡ ਪਾਠ ਦੀ ਰੌਲ ਲਾਉਣੀ। ਉਸ ਤੋਂ ਬਾਅਦ ਮਹਾਂਪੁਰਖਾਂ ਦੀ ਸੇਵਾ। ਮਹਾਂਪੁਰਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 101 ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਪੜ੍ਹਿਆ ਕਰਦੇ। ਤੋ ਇਸ ਤਰ੍ਹਾਂ ਇਹ ਗੁਰੂ ਦੇ ਸਿੱਖਾਂ ਦੀਆਂ ਸਾਖੀਆਂ, ਜਿਹੜੇ ਕਮਾਈ ਵਾਲੇ ਮਹਾਂਪੁਰਖ ਹੈ, ਉਹਨਾਂ ਦੀ ਸੰਗਤ ਦੇ ਵਿੱਚ ਰਹਿ ਕੇ ਜੀਵਨ ਪਰਿਪੱਕ ਹੁੰਦਾ। ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਈ ਤਾਂ ਹੈ ਅਤੇ ਪਰ ਜੀਵਨ ਨਹੀਂ ਬਣਦਾ। ਜੀਵਨ ਦਾ ਭਾਂਡੇ ਮਾਂਜਣ ਨਾਲ ਬਣੂਗਾ, ਗੁਰੂ ਕੇ ਲੰਗਰ ਪਕਾਉਣ ਵਰਤਾਉਣ ਨਾਲ ਬਣੂਗਾ। ਸੰਗਤ ਅੱਗੇ ਹੱਥ ਜੋੜ ਕੇ ਗਲ 'ਚ ਪਰਲਾ ਪਾ ਕੇ ਅਤੇ ਜੀਉ ਆਇਆ ਮਹਾਰਾਜ ਦੇ ਚਰਨਾਂ ਵਿੱਚ ਰਹਿ ਕੇ ਨਿਮਰਤਾ ਸਹਿਤ ਰਹਿਣ ਨਾਲ ਬਣੂਗਾ। ਮੁਰਦਾ ਹੋਏ ਮੁਰੀਦ ਨਾਲ ਗੱਲੀ ਹੋਵਣਾ।
ਟਾਈ ਟੂਈ ਲਾ ਕੇ ਤੇ ਬੂਟ ਜਰਾਬਾਂ ਪਾ ਕੇ ਥੋੜ੍ਹਾ ਇਹ ਗੱਲ ਬਣਦੀ, ਜੋ ਗੁਰੂ ਘਰ ਦੇ ਵਿੱਚ ਪ੍ਰਪੱਕਤਾ ਕਰਾਈ ਜਾਂਦੀ। ਤੋ ਇਸ ਵਾਸਤੇ ਮਹਾਰਾਜ ਫਰਮਾਉਂਦੇ ਹਨ, ਕੂੜਕ ਸਤ ਕਮਾਵੰਦੇ। ਉਹ ਲੋਕ ਝੂਠ ਦੀ ਕਮਾਈ ਆਪ ਕਰਦੇ ਨੇ, ਖੋਟੇ ਖੋਟੇ ਕਰਮਾਂ ਨੂੰ ਕਮਾਉਂਦੇ ਹਨ ਤੇ ਦੂਜਿਆਂ ਨੂੰ ਵੀ ਉਸੇ ਪੁੱਠੇ ਰਸਤੇ ਪਾਉਂਦੇ ਨੇ। ਪਰ ਨਿੰਦਾ ਸਦਾ ਕਰੇ ਨਾ। ਉਹਨਾਂ ਦਾ ਕੰਮ ਹੀ ਹੈ ਪਰਾਈ ਦੀ ਨਿੰਦਿਆ ਕਰਨੀ, ਅਪਕੀਰਤੀ ਕਰਨੀ, ਹਮੇਸ਼ਾ ਪਰਾਈ ਦੀ ਨਿੰਦਿਆ ਕਰਦੇ ਰਹਿੰਦੇ। ਠੀਕ ਅਸੀਂ ਪੜ੍ਹ ਕੇ ਲਿਖ ਕੇ ਵਿਦਵਾਨ ਬਣ ਗਏ ਹਾਂ, ਪਰ ਜੋ ਸਾਡੀ ਮਾਂ ਹੈ ਉਹ ਤਾਂ ਮਾਂ ਹੀ ਹੈ ਨਾ। ਉਦੋਂ ਤਾਂ ਇੰਨੇ ਵੱਡੀਆਂ ਪੜ੍ਹਾਈਆਂ ਹੁੰਦੀਆਂ ਹੀ ਨਹੀਂ ਸੀਗੀਆਂ। ਆਈਲੈਟਸ ਤਾਂ ਨਕੰਮੀ ਹੁਣੇ ਆਈ ਹੈ ਜੇ ਸਾਨੂੰ ਅੰਗਰੇਜ਼ੀ ਬੋਲਣ ਦੀ ਜਾਚ ਆ ਗਈ। ਕਹਿਣ ਦਾ ਭਾਵ ਮਾਂ ਭਾਵੇਂ ਇੰਨੀ ਨਹੀਂ ਪੜ੍ਹੀ ਪਰ ਉਹ ਸਾਡੀ ਮਾਂ ਤਾਂ ਹੈ ਨਾ। ਸਾਡੇ ਬਜ਼ੁਰਗ, ਸਾਡੇ ਪਿਓ ਦਾਦੇ ਸਿਆਣੇ ਤਾਂ ਹਨ। ਇਹ ਥੋੜ੍ਹੋ ਜਿਹੇ ਆਪਾਂ ਕਹੀਏ ਵੀ ਉਹ ਤਾਂ ਐਵੇਂ ਹੀ ਸੀਗੇ, ਅਸੀਂ ਹੁਣ ਸਿਆਣੇ ਜੰਮ ਪਏ। ਜਿਹੜੇ ਪੁਰਾਤਨ ਗੁਰਸਿੱਖ ਘੋੜਿਆਂ ਦੀਆਂ ਕਾਠੀਆਂ 'ਤੇ ਰਹਿ ਕੇ ਅਤੇ ਮੁੱਠ ਚੋਲੇ ਚੱਬ ਕੇ ਗੁਰਸਿੱਖੀ ਕਮਾਉਂਦੇ ਰਹੇ। ਘਰ ਬਾਰਾਂ 'ਚ ਵੀ ਸਰਕਾਰਾਂ ਨਹੀਂ ਸੀ ਰਹਿਣ ਦਿੰਦੀਆਂ। ਉਹ ਕਿਤੇ ਐਵੇਂ ਥੋੜ੍ਹੋ ਸੀ ਜਿਹੜੇ ਸਹਿਜ ਪੜ੍ਹ ਅਖੰਡ ਪੜ੍ਹ ਕਰਕੇ ਕਮਾਈ ਕਰਦੇ ਰਹੇ। ਕਿੰਨੀਆਂ ਵੱਡੀਆਂ ਕੁਰਬਾਨੀਆਂ ਕਰ ਗਏ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਨੇ ਨਹੀਂ ਲਿਖਿਆ। ਅੱਜ ਸਾਨੂੰ ਸਮਝ ਆਈ ਵੀ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦਾ ਹੈ ਹੀ ਨਹੀਂ, ਨਵੀਆਂ ਖੋਜਾਂ ਤਰਕ ਵਾਲੀਆਂ। ਤੋ ਇਸ ਲਈ ਪਰਾਈ ਦੀ ਨਿੰਦਿਆ, ਸੰਤਾਂ ਦੀਆਂ, ਮਹਾਂਪੁਰਖਾਂ ਦੀਆਂ, ਗੁਰਸਿੱਖਾਂ ਦੀ ਨਿੰਦਿਆ ਕਰਦੇ ਨੇ ਹਮੇਸ਼ਾ। ਓਏ ਆਪ ਡੁੱਬੇ ਪਰ ਨਿੰਦਕਾਂ। ਮਨ ਨੇ ਆਖਿਆ ਹੈ, ਸੰਤ ਕੀ ਨਿੰਦਾ ਕਰੋ ਨਾ ਕੋਏ, ਜੋ ਨਿੰਦਾ ਤਿਸ ਕਾ ਪਤਨ ਹੋਏ। ਉਹ ਆਪ ਤਾਂ ਵਿਸ਼ੇਸ਼ ਕਰਕੇ ਨਿੰਦਿਆ ਕਰਨ ਵਾਲੇ ਪੁਰਖ ਡੁੱਬਦੇ ਹੀ ਨੇ, ਉਹ ਆਪਦੇ ਸਾਥੀਆਂ ਨੂੰ ਵੀ ਸੰਸਾਰ ਸਮੁੰਦਰ 'ਚ ਡੋਬ ਜਾਂਦੇ ਹਨ। ਸਗਲੇ ਕੁਲ ਡੋਬੇ ਨਾ। ਪਰਾਈ ਨਿੰਦਿਆ ਕਰਨੇ ਕਰਕੇ ਆਪ ਡੁੱਬਦੇ ਤੇ ਨਿੰਦਕ ਆਪਣੀਆਂ ਸਾਰੀਆਂ ਕੁਲਾਂ ਨੂੰ ਡੋਬ ਦਿੰਦੇ ਹਨ। ਨਿੰਦਕ ਡੂਬਾ ਹਮ ਉਤਰੇ ਪਾਰ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਤੇ ਮੋਹ ਕਾਲੇ ਤੇ ਨਿੰਦਕਾਂ ਨਰਕੇ ਘੋਰ ਭਵਨ। ਮੈਂ ਤਾਂ ਬੇਨਤੀ ਕਰ ਰਿਹਾ ਵੀ ਅੱਜ ਕੱਲ੍ਹ YouTube ਫੇਸਬੁੱਕ ਦਾ ਜ਼ਮਾਨਾ, ਬਚ ਕੇ ਰਹੋ। ਕੱਲ੍ਹ ਹੀ ਇੱਕ ਦਾ ਫੋਨ ਆ ਰਿਹਾ ਸੀਗਾ, ਅਖੇ ਜੀ ਉਹ ਨਿਊਜ਼ੀਲੈਂਡ ਵਾਲਾ ਫਲਾਣਾ ਬੰਦਾ ਐ ਬੋਲਦਾ, ਉਹ ਬੋਲਦਾ। ਮੈਂ ਕਿਹਾ ਤੈਨੂੰ ਪਤਾ ਕਦੋਂ ਬੋਲਿਆ ਉਹਨੇ? ਹੁਣ ਦਾ ਪਤਾ ਲਿਆ ਹੀ ਉਹ ਬੋਲਣ ਜੋਗਾ ਛੱਡਿਆ ਮਹਾਰਾਜ ਨੇ, ਉਹਦਾ ਫਲ ਉਹਨੂੰ ਮਿਲ ਗਿਆ। ਸੋ ਇੱਕੋ ਹੀ ਕੰਮ ਰੇਡੀਓ 'ਤੇ ਲਾਈਵ 'ਤੇ ਵੀ ਸੰਤ ਜਰਨੈਲ ਸਿੰਘ ਦੀ ਨਿੰਦਿਆ, ਬਸ ਦੂਸਰਾ ਕੋਈ ਕੰਮ ਨਹੀਂ। ਗੁਰੂ ਮਹਾਰਾਜ ਦੀ ਰਹਿਤ ਦੀ ਨਿੰਦਿਆ, ਸੱਚੇ ਪਾਤਸ਼ਾਹ ਜੀ ਦੇ ਸ਼ਰਧਾ ਕਿਸੇ ਦੀ ਬੱਝ ਨਾ ਜਾਏ। ਤੋ ਇਹੋ ਜਿਹੇ ਅਨੇਕਾਂ ਹੀ ਲੋਕ ਹਨ। ਪਰਮਾਤਮਾ ਤਾਂ ਵੇਖਦਾ ਹੀ ਹੈ। ਬਾਣੀ ਦੇ ਵਿੱਚ ਇਹੀ ਗੱਲਾਂ ਸਮਝਾਈਆਂ ਹੋਈਆਂ ਨੇ। ਸ੍ਰੀ ਸੁਖਮਨੀ ਸਾਹਿਬ ਦਾ ਤੁਸੀਂ ਪਾਠ ਪੜ੍ਹਦੇ ਹੋ, ਸੰਤ ਸਰਨ ਜੋ ਜਨ ਭਰੈ, ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ। ਗੁਰੂ ਨਾਨਕ ਸਾਹਿਬ ਨੂੰ ਪਿਤਾ ਨੇ 20 ਰੁਪਈਏ ਦਿੱਤੇ ਤੇ ਸਭ ਤੋਂ ਪਹਿਲਾਂ ਉਹ ਸੰਤਾਂ ਦੇ ਆਸ਼ਰਮ 'ਤੇ ਗਏ ਸੀਗੇ, ਉਹਨਾਂ ਦਾ ਲੰਗਰ ਕੀਤਾ ਸੀਗਾ। ਮਹਾਰਾਜ ਤਾਂ ਲਿਖ ਰਹੇ ਨੇ, ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ, ਮੋਕੋ ਕਰ ਸੰਤਨ ਕੀ ਤੂਰੇ। ਸੰਤਨ ਮੀਨਿੰਗ ਬਹੁ ਵਚਨ, ਇੱਕ ਸਿੰਗੂਲਰ ਹੁੰਦਾ, ਇੱਕ ਪਲੂਰਲ ਹੁੰਦਾ। ਸਾਧ ਸੰਗਤ ਜੀਓ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਉਹਨਾਂ ਦਾ ਤਾਂ ਦੁਨੀਆ 'ਚ ਗੁਰੂ ਕੋਈ ਹੋਇਆ ਹੀ ਨਹੀਂ। ਜੋ ਉਹਨਾਂ ਨੇ ਸੰਤਨ ਵਰਡ ਲਿਖਿਆ, ਬਹੁਵਚਨ ਮੀਨਿੰਗ ਗੁਰਸਿੱਖਾਂ ਵਾਸਤੇ, ਰੱਬ ਦੀ ਬੰਦਗੀ ਕਰਨ ਲਈ ਤਪੱਸਵੀਆਂ ਵਾਸਤੇ। ਤੋ ਜਿਹੜਾ ਗੁਰੂ ਸਾਹਿਬ ਨੂੰ ਪੁੱਛਦਾ ਵੀ ਤੁਸੀਂ ਕੀ ਕਰਦੇ ਹੋ, ਮਹਾਰਾਜ ਕਹਿੰਦੇ ਸੰਤਾਂ ਦੇ ਦਰਸ਼ਨ ਕਰਨ ਲਈ ਤੁਰਿਆ ਫਿਰਦਾ। ਔਰ ਗੁਰੂ ਸਾਹਿਬ ਬਕਾਇਦਾ ਉਹਨਾਂ ਕੋਲ ਹੀ ਜਾਂਦੇ, ਭਾਈ ਲਾਲੋ ਵਰਗੇ ਜਿਹੜੇ ਕਮਾਈ ਵਾਲੇ ਮਹਾਂਪੁਰਖ, ਉਹਨਾਂ ਨੂੰ ਦਰਸ਼ਨ ਦਿੰਦੇ। ਸਮੇਰ ਪਰਬਤ 'ਤੇ ਵੇਖੋ ਸੰਤ ਹੀ ਸੀ ਜਿੰਨੇ ਸਿੱਧ ਸਨ। ਕਹਿੰਦੇ ਮੈਂ ਤੁਹਾਨੂੰ ਮਿਲਣ ਆਇਆ, ਕਮਲਿਓ ਤੁਸੀਂ ਲੜਾਈ ਕਰ ਰਹੇ ਹੋ ਮੇਰੇ ਨਾਲ, ਮੈਂ ਤੁਹਾਡੇ ਦਰਸ਼ਨ ਕਰਨ ਆਇਆ। ਲੜੀ ਦਾ ਥੋੜ੍ਹਾ, ਵਿਚਾਰ ਕਰੋ, ਬੈਠੋ ਮੇਰੇ ਕੋਲ, ਕਿਹੜਾ ਸਵਾਲ ਹੈ ਤੁਹਾਡਾ? ਉਹਨੇ ਸਿੱਧ ਗੋਸ਼ਟ ਦੀ ਸਮਾਪਤੀ ਹੋਈ ਹੈ, ਕਿੰਨੇ ਪਿਆਰ ਦੀ ਚਰਚਾ ਨਾਲ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ। ਤਾਂ ਗੁਰੂ ਸਾਹਿਬ ਤਾਂ ਸੰਤਾਂ ਦੀ ਧੂੜੀ ਮੰਗ ਰਹੇ ਨੇ।
ਅਸੀਂ ਮਹਾਰਾਜ ਦੇ ਸਿੱਖ ਅਖਵਾਉਂਦੇ ਹੋਏ ਸੰਤਾਂ ਦੀ ਨਿੰਦਿਆ ਤੇ ਉਹ ਪੱਕੇ ਹੀ ਰੇਡੀਓ ਕਾਇਮ ਕਰ ਦਿੱਤੇ। ਗੁਰੂ ਮਹਾਰਾਜ ਕਿਰਪਾ ਕਰਨ, ਅਖਬਾਰਾਂ ਦੇ ਵਿੱਚ ਵੀ ਇਹੀ ਕੁਛ ਹੈ। ਤੋ ਮਹਾਰਾਜ ਕਹਿੰਦੇ ਨੇ ਨਿੰਦਕ ਪੁਰਸ਼ ਦੀਆਂ ਸਾਰੀਆਂ ਕੁਲਾਂ ਡੁੱਬ ਜਾਂਦੀਆਂ ਹਨ। ਨਾਨਕ ਜਿਤਿਓ ਲਾਏ ਤਿਤਨ ਲੱਗੇ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਪਰੇਸ਼ਾਨ ਨਾ ਹੋਵੋ। ਤੁਸੀਂ ਕਿਉਂ ਦੁਖੀ ਹੁੰਦੇ ਹੋ? ਤੁਸੀਂ ਆਪ ਦਾ ਨਾਮ ਜਪੋ, ਬਾਣੀ ਪੜ੍ਹੋ, ਗੁਰੂ ਸਾਹਿਬ ਆਪੇ ਕਿਰਪਾ ਕਰਨ, ਸਭਨਾਂ ਨੂੰ ਸਮਤ ਬਖਸ਼ਣ। ਤੋ ਮਹਾਰਾਜ ਕਹਿੰਦੇ ਰੱਬ ਵੱਲੋਂ ਹੀ ਉਹਨਾਂ ਦੇ ਕਰਮਾਂ ਦੀ ਖੇਡ ਹੈ। ਸ਼ਾਇਦ ਉਹਨਾਂ ਦੇ ਕਰਮਾਂ 'ਚ ਇਹ ਕੁਛ ਲਿਖਿਆ ਰੱਬ ਨੇ ਵੀ ਉਹਨਾਂ ਨਿੰਦਿਆ ਕਰੀ ਜਾਣੀ ਹੈ, ਤਰਕ ਕਰੀ ਜਾਣੀ। ਜਿਨ੍ਹਾਂ ਕਰਮਾਂ ਵੱਲ ਪੂਰਬਲੇ ਸੋ ਪ੍ਰੇਰੇ ਹੋਏ ਮਾੜੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਉਹਨਾਂ ਨੂੰ ਲਗਾਇਆ ਹੋਇਆ, ਉਸ ਪਾਸੇ ਵੱਲ ਉਹ ਨਿੰਦਕ ਪੁਰਸ਼ ਲੱਗੇ ਹੋਏ ਨੇ। ਆਪਣੀ ਮਰਜ਼ੀ ਨਾਲ ਉਹ ਕਰ ਵੀ ਕੀ ਸਕਦੇ ਹਨ। ਓਏ ਬੱਪੜੇ ਕਿਆ ਕਰੇ ਨਾ। ਇਸ ਲਈ ਉਹ ਕਰਮਾਂ ਦੇ ਮਾਰੇ ਨੇ। ਤੁਸੀਂ ਉਹਨਾਂ ਨੂੰ ਕੀ ਮਾਰ ਸਕਦੇ ਹੋ? ਮਰੇ ਬੰਦੇ ਨੂੰ ਮਰਿਆ ਸਭ ਗਲ ਪਾਉਣ ਦੀ ਤਰ੍ਹਾਂ, ਤੇ ਆਪੇ ਰੱਬ ਸਾਂਭੂਗਾ। ਉਹ ਵਿਚਾਰੇ ਕੀ ਕਰ ਸਕਦੇ? ਕੁਝ ਨਹੀਂ ਕਰ ਸਕਦੇ ਹਨ। ਪੂਲੇ ਨੇ ਇੱਕ ਅੱਖਰ ਗਲਤ ਬੋਲਿਆ ਸੀਗਾ। ਮਹਾਂਪੁਰਖ ਬਾਬਾ ਠਾਕੁਰ ਸਿੰਘ ਸਾਹਿਬ ਜੀ ਦਾ ਨਾਮ ਉਹਨੇ ਗਲਤ ਤਰੀਕੇ ਨਾਲ ਛੋਟੇ ਅੱਖਰਾਂ 'ਚ ਲਿਆ। ਉਹ ਕਦੇ ਮਹਾਂਪੁਰਖ ਗਏ ਫਤਿਹ ਬੁਲਾਈ, ਅਤੇ ਬਾਬਾ ਜੀ ਦਾ ਸੁਭਾਅ ਸੀ ਉਹ ਸੰਗਤ ਵਾਂਗ ਹੇਠਾਂ ਬੈਠ ਗਿਆ, ਫੋਟੋ ਲਾ ਕੇ ਅਤੇ ਉਹਨੇ ਪਾਤੀ ਵੀ ਆ ਵੇਖ ਲਓ। ਇੰਝ ਉਂਝ ਬੜਾ ਗਲਤ ਬੋਲਿਆ। ਤਾਂ ਫਿਰ ਜਦੋਂ ਰੱਬ ਨੇ ਉਹਨੂੰ ਸਜ਼ਾ ਦਿੱਤੀ, ਫਿਰ ਸਭ ਦੁਨੀਆ ਨੇ ਖੜੇ ਹੋ ਕੇ ਦੇਖਿਆ। ਤੋ ਇਉਂ ਮਹਾਂਪੁਰਖਾਂ ਦੀ ਮਹਿਮਾ ਤਾਂ ਜੁੱਗੋ ਜੁਗ ਅਟੱਲ ਹੈ। ਨਿੰਦਕ ਪੁਰਸ਼ ਤਾਂ ਅੱਜ ਵੀ ਗਰਕਿਆ ਅਤੇ ਕੱਲ੍ਹ ਵੀ ਗਰਕਿਆ। ਤੁਸੀਂ ਕੋਈ ਵਿਚਾਰ ਨਾ ਕਰੋ, ਆਪਦੀ ਬੰਦਗੀ ਆਪਦੇ ਮਿਸ਼ਨ 'ਚ ਲੱਗੇ ਰਹੋ, ਉਹਨੂੰ ਆਪੇ ਰੱਬ ਵੇਖੂਗਾ। ਪੌੜੀ ਇਹ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਦੀ ਹੋਈ ਹੈ। ਸਭ ਨਦਰੀ ਅੰਦਰ ਰੱਖਦਾ। ਸੋ ਸਾਰੀ ਜਿੰਨੀ ਵੀ ਸ੍ਰਿਸ਼ਟੀ ਵਾਹਿਗੁਰੂ ਨੇ ਪੈਦਾ ਕੀਤੀ ਹੈ, ਉਹ ਆਪਦੀ ਦ੍ਰਿਸ਼ਟੀ ਅੰਦਰ ਰੱਖਦਾ ਹੈ। ਜੇਤੀ ਸਭ ਜੇਤੀ ਸਿਸ਼ਟ ਸਭ ਕੀਤੀ। ਜਿੰਨੀ ਸ੍ਰਿਸ਼ਟੀ ਹੈ ਸਾਰੀ ਪ੍ਰਮਾਤਮਾ ਨੇ ਰਚਨਾ ਕੀਤੀ ਹੈ। ਇੱਕ ਕੂੜ ਕੁਸਤ ਲਾਏ ਅਨ। ਇਕਨਾਂ ਨੂੰ ਪੂਰਬਲੇ ਕਰਮਾਂ ਦੇ ਫਲ ਅਨੁਸਾਰ ਝੂਠ ਵੱਢਣ 'ਚ ਹੀ ਲਾਇਆ ਹੋਇਆ, ਵੀ ਝੂਠ ਹੀ ਬੋਲੀ ਜਾਓ। ਖੋਟੇ ਹੱਠ ਖੋਟੇ ਕਰਮ ਕਮਾਉਣ 'ਚ ਲਾਇਆ ਹੋਇਆ ਹੈ। ਮਨ ਮੁਖੋਂ ਵੇਗੁਤੀ। ਉਹ ਮਨਮੁਖ ਦੀ ਸ੍ਰਿਸ਼ਟੀ ਖਰਾਬ ਹੋ ਰਹੀ ਹੈ। ਮਨਮੁਖ ਕੈਟਾਗਰੀ ਸ੍ਰਿਸ਼ਟੀ ਵਿੱਚੋਂ ਝੂਠ ਦੇ ਵਿੱਚ ਲਾ ਕੇ ਖਰਾਬ ਹੋ ਰਹੀ ਹੈ। ਗੁਰਮੁਖ ਸਦਾ ਧਿਆਈ ਹੈ। ਗੁਰਮੁਖ ਜਨ ਗੁਰਾਂ ਦੁਆਰਾ ਹਮੇਸ਼ਾ ਹੀ ਵਾਹਿਗੁਰੂ ਨੂੰ ਧਿਆਉਂਦੇ, ਵਾਹਿਗੁਰੂ ਦੀ ਅਰਾਧਨਾ ਕਰਦੇ ਹਨ। ਅੰਦਰ ਹਰ ਪ੍ਰੀਤੀ। ਕਿਉਂਕਿ ਉਹਨਾਂ ਦੇ ਹਿਰਦੇ ਦੇ ਵਿੱਚ ਪਰਮੇਸ਼ਰ ਪ੍ਰਾਪਤੀ ਦੀ ਪ੍ਰੀਤੀ ਲਗਨ ਹੈ। ਜਨ ਕਉ ਪੋਤੈ ਪੁੰਨ ਹੈ। ਜਿਨ੍ਹਾਂ ਦੇ ਹਿਰਦੇ ਰੂਪ ਖਜ਼ਾਨੇ ਵਿੱਚ ਪੂਰਬਲੇ ਨਿਸ਼ਕਾਮ ਕਰਮਾਂ ਦਾ ਜਾਂ ਪੂਰਬਲੇ ਜਨਮਾਂ ਦਾ ਸਦਕਾ ਕੋਈ ਪੁੰਨ ਜਮ੍ਹਾਂ ਹੈ। ਇਸੇ ਪ੍ਰਕਾਰ ਜਨ ਕਉ ਪੋਤੈ ਪੁੰਨ ਹੈ। ਜਿਨ੍ਹਾਂ ਦੀ ਅੰਤःਕਰਨ ਨੂੰ ਪੱਲੇ ਵਿੱਚ ਕੋਈ ਪੁੰਨ ਕਰਮ ਹੈ। ਤੈਨ ਵਾਤ ਸਪੀਤੀ। ਉਹਨਾਂ ਨੇ ਵਾਤ ਮੁਖ ਵਿੱਚੋਂ ਵਾਹਿਗੁਰੂ ਦੀ ਸਪੀਤੀ ਸਿਫਤ ਹੀ ਕੀਤੀ ਹੈ। ਉਹਨਾਂ ਦੇ ਮੂੰਹ ਵਿੱਚੋਂ ਵਾਹਿਗੁਰੂ ਦੀ ਸਿਫਤ ਹੀ ਨਿਕਲਦੀ ਹੈ। ਜਾਂ ਤਿੰਨਾਂ ਨੇ ਅੰਮ੍ਰਿਤ ਨਾਮ ਨੂੰ ਪੀਣਾ ਕੀਤਾ, ਉਹਨਾਂ ਦੇ ਮੁਖੋਂ ਜੋ ਵੀ ਬਚਨ ਨਿਕਲਦੇ ਸੇ ਪੀਤੀ ਉਹ ਪ੍ਰਭੂ ਪ੍ਰੀਤੀ ਵਾਲੇ ਨਿਕਲਦੇ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸਾਖੀ ਆਪ ਸੁਣਦੇ ਹੋ। ਜਾਂ ਧੀਰ ਮੱਲ ਨੇ ਆਪਦੇ ਵਿਗੜੇ ਹੋਏ ਛੀਏ ਮਸੰਦ ਦੇ ਪਾਸੋਂ ਨਾਵੇਂ ਪਾਤਸ਼ਾਹ ਜੀ ਦਾ ਨਿਸ਼ਾਨਾ ਲੈ ਕੇ ਜਦ ਗੁਰੂ ਸਾਹਿਬ ਸੈਰ ਕਰਨ ਗਏ, ਘੋੜੇ 'ਤੇ ਚੜ੍ਹੇ ਹੋਏ ਸੀ ਅਤੇ ਗੋਲੀ ਚਲਾਈ। ਉਹ ਗੋਲੀ ਗੁਰੂ ਸਾਹਿਬ ਦੇ ਮੱਥੇ ਦੇ ਨਾਲ ਦੀ ਛੂੰ ਕਰਦੀ ਥੋੜ੍ਹੀ ਜਿਹੀ ਖਹਿ ਕੇ ਲੰਘ ਗਈ।
ਮਾੜਾ ਜਿਹਾ ਖੂਨ ਨਿਕਲਿਆ। ਤੇ ਗੁਰੂ ਸਾਹਿਬ ਜੀ ਨੇ ਕੋਈ ਗਾਲ ਨਹੀਂ ਕੱਢੀ, ਕੋਈ ਮੰਦਾ ਨਹੀਂ ਬੋਲਿਆ। ਕੀ ਆਖਿਆ? ਮੈਂ ਮਹਾਰਾਜ ਦੀ ਵਰਡਿੰਗ ਪੜ੍ਹੀ ਹੈ ਔਰ ਉਹਨੂੰ ਹਮੇਸ਼ਾ ਹੀ ਮੈਂ ਯਾਦ ਰੱਖਦਾ। ਗੁਰੂ ਸਾਹਿਬ ਨੇ ਆਖਿਆ, ਭਲਾ ਧੀਰ ਮੱਲਾ, ਭਲਾ ਧੀਰ ਮੱਲਾ, ਬਸ ਦੂਜਾ ਬਚਨ ਨਹੀਂ ਆਖਿਆ, ਭਲਾ ਹੀ ਆਖਿਆ ਵੀ ਤੇਰਾ ਭਲਾ ਹੋਵੇ। ਔਰ ਰੰਗ ਸੇ ਵੇਖੋ, ਸਾਰਾ ਜ਼ੋਰ ਲਾਤਾ ਉਹਨੇ ਗੁਰੂ ਸਾਹਿਬ ਦੀ ਬੇਅਦਬੀ ਲਈ ਤੇ ਮਹਾਰਾਜ ਨੂੰ ਤੰਗ ਪਰੇਸ਼ਾਨ ਕਰਨ ਵਾਸਤੇ। ਲੋਹ ਪਿੰਜਰੇ 'ਚ ਬੈਠ ਕੇ ਜਿਹੜੇ ਉਹਨਾਂ ਸਲੋਕ ਉਚਾਰੇ ਨੇ, ਭੋਗ ਪੈਂਦਿਆਂ ਮੈਂ ਹਮੇਸ਼ਾ ਹੀ ਸੋਚਦਾ ਰਹਿੰਦਾ ਵੀ ਗੁਰੂ ਸਾਹਿਬ ਕਿੱਥੇ ਬੈਠੇ ਹੋਣਗੇ ਦੱਸੋ। ਤੇ ਸਲੋਕ ਵੇਖੋ ਕਿੰਨੇ ਪਿਆਰ ਵਾਲੇ। ਉਪਦੇਸ਼ ਕੀ ਦਿੱਤਾ? ਮਹਾਰਾਜ ਦੇ ਨਾਮ ਦਾ। ਇਹ ਨਹੀਂ ਆਖਿਆ ਵੀ ਮੈਨੂੰ ਆਹ ਕਰਤਾ, ਮੈਨੂੰ ਉਹ ਕਰਤਾ, ਮੈਨੂੰ ਬਚਾਓ, ਇਹਦਾ ਬੇੜਾ ਬਹਿ ਜੇ, ਇੰਜ ਉਂਝ, ਬਿਲਕੁਲ ਨਹੀਂ। ਕੋਈ ਗਾਲ ਨਹੀਂ, ਕੋਈ ਮੰਦਾ ਨਹੀਂ। ਕਿਤੇ ਬਾਣੀ 'ਚੋਂ ਲੱਭ ਕੇ ਦਿਖਾਓ ਪੰਜਵੇਂ ਪਾਤਸ਼ਾਹ ਦੀ ਕੋਈ ਪੰਕਤੀ ਚੰਦੂ ਦੇ ਵਿਰੋਧ ਵਿੱਚ ਜਾਂ ਜਹਾਂਗੀਰ ਦੇ ਵਿਰੋਧ ਵਿੱਚ, ਬਿਲਕੁਲ ਨਹੀਂ। ਜਿਨ੍ਹਾਂ ਪਰੇਸ਼ਾਨ ਵੀ ਕੀਤਾ, ਅਰਦਾਸ ਵਿੱਚ ਵੀ ਆਪਾਂ ਉਹਨਾਂ ਦਾ ਨਾਮ ਲੈਂਦੇ ਹਾਂ। ਜਿਨ੍ਹਾਂ ਭਾਣਾ ਮੰਨਿਆ, ਖੰਨੀ ਖੰਨੀ ਰੋਟੀ ਦੇ ਗੁਜ਼ਾਰਾ ਕੀਤਾ ਤੇ ਸਵਾ ਸਵਾ ਮਨ ਦੇ ਪੀਸਣੇ ਪੀਸੇ, ਟੋਟੇ ਟੋਟੇ ਕਰਵਾ ਕੇ ਬੱਚਿਆਂ ਦੇ ਹਾਰ ਆਪਦੇ ਗਲਾਂ 'ਚ ਪਵਾਏ ਤੇ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਗਾਲਾਂ ਕੱਢੀਆਂ, ਮੰਦਾ ਬੋਲਿਆ, ਨਿੰਦਿਆ ਕੀਤੀ, ਲੜਾਈਆਂ ਕੀਤੀਆਂ, ਝਗੜੇ ਕੀਤੇ, ਗੋਲੀਆਂ ਚਲਾਈਆਂ, ਫੱਟ ਮਾਰੇ, ਤੰਗ ਪਰੇਸ਼ਾਨ ਕੀਤਾ ਧਰਮੀ ਬੰਦਿਆਂ ਨੂੰ, ਕਦੀ ਉਹਨਾਂ ਦੀ ਕਮਾਈ ਦਾ ਕੋਈ ਧਿਆਨ ਧਾਰਦਾ? ਬਿਲਕੁਲ ਨਹੀਂ। ਕਾਲੇ ਅੱਖਰਾਂ 'ਚ ਉਹਨਾਂ ਦਾ ਨਾਮ ਲਿਖਿਆ ਜਾਂਦਾ। ਜੇ ਪ੍ਰਹਿਲਾਦ ਨੂੰ ਕੋਈ ਯਾਦ ਕਰੂਗਾ ਤਾਂ ਉਹਨੂੰ ਭਗਤ ਦੇ ਨਾਮ ਨਾਲ ਯਾਦ ਕਰੂਗਾ, ਤੇ ਜੇ ਹਰਨਾਕਸ਼ ਨੂੰ ਮਹਾਰਾਜ ਨੇ ਯਾਦ ਕੀਤਾ ਤੇ ਉਹਨੂੰ ਦੁਸ਼ਟ ਆਖਿਆ ਹੈ। ਕਿਤੇ ਮਰਜ਼ੀ ਤੁਸੀਂ ਪੜ੍ਹ ਕੇ ਵੇਖ ਲਓ। ਮਹਾਂਪੁਰਖਾਂ ਦਾ ਗੁਰਦੁਆਰਾ ਬਣਿਆ ਹੋਇਆ, ਸ਼ਹੀਦੀ ਯਾਦਗਾਰ ਸਿੰਘਾਂ ਦੀ ਬਣ ਰਹੀ ਹੈ, ਤੇ ਜਿਹਨੇ ਵੇਖੋ ਬੰਬ ਚਲਾਏ ਉਹਦੀ ਮੜੀ ਤੇ ਕੋਈ ਦੀਵਾ ਵੀ ਨਹੀਂ ਜਗਾਉਂਦਾ। ਕਬੂਤਰ ਬੈਠਾਂ ਪਈ ਕਰਦੇ ਨੇ, ਕਿੰਨਾ ਕਿੰਨਾ ਘਾਹ ਗਿਆ ਹੋਊਗਾ, ਕੋਈ ਸਾਲ ਬਾਅਦ ਉਹਨਾਂ ਦਾ ਆਪਦਾ ਹੀ ਫੁੱਲ ਚੜਾਏ ਤਾਂ ਚੜਾਏ। ਤੁਸੀਂ ਦੱਸੋ ਵੀ ਇੰਦਰਾ ਗਾਂਧੀ ਨੂੰ ਕੋਈ ਸਤਿਕਾਰ ਨਾਲ ਬੁਲਾਊਗਾ? ਬਿਲਕੁਲ ਨਹੀਂ। ਦੋ ਚਾਰ ਬੰਦੇ ਹੀ ਉਹਨਾਂ ਦੀ ਆਪਦੀ ਖੁਸ਼ੀ ਹੈ। ਤੋ ਮਹਾਂਪੁਰਖਾਂ ਸੰਤਾਂ ਨੂੰ, ਸ਼ਹੀਦਾਂ ਨੂੰ ਸਭ ਦੁਨੀਆ ਨਤਮਸਤਕ ਹੋਊਗੀ। ਗੁਮਟਾਂ ਵਾਲੇ ਗੁਰੂ ਘਰ ਮਹਾਰਾਜ ਦਾ ਪ੍ਰਕਾਸ਼ ਕਥਾ ਕੀਰਤਨ, ਉਹਨਾਂ ਦੀ ਵਡਿਆਈ ਜੁਗੋ ਜੁਗ ਅਟਲ ਹੈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੀਸਗੰਜ ਗੁਰਦੁਆਰਾ ਸਾਹਿਬ ਬਿਲਕੁਲ ਉਸੇ ਸਥਾਨ 'ਤੇ ਸਿੰਘਾਂ ਸਰਦਾਰਾਂ, ਸਰਦਾਰ ਜੱਸਾ ਸਿੰਘ ਆਹਲੂਵਾਲੀਆ, ਸਰਦਾਰ ਬਘੇਲ ਸਿੰਘ, ਸਰਦਾਰ ਜੱਸਾ ਸਿੰਘ ਰਾਮਗੜੀਆਂ, ਉਹਨਾਂ ਉਸੇ ਸਥਾਨ ਦੇ ਗੁਰੂ ਕੀ ਇਮਾਰਤ ਹੋ ਸਾਰੀ। ਤੇ ਵੇਖੋ ਸਵੇਰ ਸ਼ਾਮ ਕਥਾ ਕੀਰਤਨ, ਬੇਅੰਤ ਸੰਗਤਾਂ ਨਤਮਸਤਕ ਹੋ ਰਹੀਆਂ ਨੇ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਥ ਕੀਨ। ਤੇ ਐਸੇ ਮਹਾਰਾਜ ਸੱਚੇ ਪਾਤਸ਼ਾਹ ਕਹੋ ਨਾਨਕ ਹਰ ਭਜ ਮਨ, ਜਿਹ ਬਿਦ ਜਲ ਕੋ ਮੀਨ। ਜਿਨ੍ਹਾਂ ਪ੍ਰਭੂ ਦੇ ਭਾਣੇ ਨੂੰ ਮੰਨਿਆ ਔਰ ਮਹਾਰਾਜ ਦੇ ਗੁਣ ਗਾਏ, ਉਹਨਾਂ ਨੂੰ ਹੀ ਨਮਸਕਾਰ ਹੈ। ਜਿਨ ਕੋ ਪੁੱਤ ਪੁੰਨ ਹੈ, ਜਿਨ੍ਹਾਂ ਦੇ ਹਿਰਦੇ ਰੂਪ ਖਜ਼ਾਨੇ 'ਚ ਪਿਛਲੇ ਨਿਸ਼ਕਾਮ ਕਰਮਾਂ ਦਾ ਸਦਕਾ ਕੋਈ ਪੁੰਨ ਜਮਾ ਹੈ। ਧੰਨਵਾਦ ਸੰਬੀਤੀ, ਉਹਨਾਂ ਨੇ ਆਪਦੇ ਮੁਖ ਦੁਆਰਾ ਮਹਾਰਾਜ ਦੇ ਅੰਮ੍ਰਿਤ ਬਾਣੀ ਨੂੰ ਪੀਤਾ ਹੈ। ਉਹਨਾਂ ਦੇ ਮੁਖ ਦੇ ਵਿੱਚੋਂ ਅੰਮ੍ਰਿਤ ਨਾਮ ਦੀ ਸਿਫਤ ਹੀ ਨਿਕਲਦੀ ਹੈ। ਅੰਮ੍ਰਿਤ ਨਾਮ ਨੂੰ ਅੰਮ੍ਰਿਤ ਛਕ ਕੇ ਪੀਣਾ ਕੀਤਾ। ਨਾਨਕ ਨਾਮ ਧਿਆਈਐ, ਇਸ ਲਈ ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ 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 ਦਾ ਨਾਮ ਧਿਆਉਣਾ ਕਰੀਏ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆ ਰਾਮ ਰਾਜੇ। ਤੋ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਜਿਨ੍ਹਾਂ ਇਹ ਆਖਿਆ ਵੀ ਨਹੀਂ ਛੋਡੋ ਰੇ ਬਾਬਾ ਰਾਮ ਰਾਮ, ਵੀਰ ਔਰ ਪੜਨ ਸਿਓ ਨਹੀਂ ਕਾਮ। ਜਿਨ੍ਹਾਂ ਨਾਮ ਧਿਆਇਆ ਉਹਨਾਂ ਦਾ ਬਾਣੀ ਦੇ ਵਿੱਚ ਭਗਤਾਂ ਦੇ ਸਤਿਕਾਰ ਵਿਸ਼ੇਸ਼ਣ ਲਾ ਕੇ ਜ਼ਿਕਰ ਕੀਤਾ ਗਿਆ। ਔਰ ਜਿਨ੍ਹਾਂ ਨੇ ਦੁਸ਼ਟਪੁਣਾ ਕੀਤਾ ਉਹਨਾਂ ਨੂੰ ਦੁਸ਼ਟ ਲਿਖਿਆ ਹੋਇਆ। ਇਸ ਲਈ ਆਪਾਂ ਨੂੰ ਨਿੰਦਿਆ ਛੱਡ ਕੇ ਦੁਸ਼ਟਪੁਣਾ, ਫਾਈਟ, ਲੜਾਈ ਝਗੜਾ, ਚੁਗਲੀਆਂ, ਈਰਖਾ, ਵੈਰ ਵਿਰੋਧ, ਛਲ ਕਪਟ, ਝੂਠ ਤਿਆਗ ਕਰਕੇ ਮਹਾਰਾਜ ਦੇ ਨਾਮ ਨੂੰ ਧਿਆਉਣਾ ਚਾਹੀਦਾ। ਕਿਉਂਕਿ ਜਿਹੜੀ ਜ਼ਬਾਨ ਹੈ ਵਾਹਿਗੁਰੂ ਨੇ ਜਿਨ ਜੀਵਾ ਦਿੱਤੀ ਬੋਲੇ ਤਾਤ ਬਾਣੀ ਪੜ੍ਹਨ ਲਈ,
ਤੇ ਨਾਮ ਜਪਣ ਲਈ ਬਖਸ਼ਿਸ਼ ਕੀਤੀ ਹੈ। ਸਾਚਾ ਸਿਫਤ ਸੁਨਾਈ। ਜੇਕਰ ਸੱਚੇ ਨਾਮ ਨੂੰ ਧਿਆਉਣਾ ਕਰੀਏ ਤਾਂ ਹੀ ਸੱਚੇ ਸਿਫਤੀ ਪਰਮੇਸ਼ਰ ਦੀ ਸੁਣਾਈ ਪਹਿਚਾਣ ਹੁੰਦੀ ਹੈ, ਜਾਂ ਸੱਚੇ ਦੀ ਸਿਫਤ ਕਰਕੇ ਸੱਚੇ ਦੀ ਸ਼ਨਾਖਤ ਹੁੰਦੀ ਹੈ। ਵਾਹੋ ਵਾਹੋ ਸੱਚੇ ਪਾਤਸ਼ਾਹ। ਇਹ ਪੰਕਤੀ ਗੁਰਮੁਖ ਪਿਆਰੇ ਇਹ ਤਾਂ ਪੜ੍ਹ ਰਹੇ ਨੇ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਹੁਕਮ ਹੈ ਇਹ ਪੰਕਤੀ ਲਾਜ਼ਮੀ ਪੜ੍ਹਨੀ ਹੈ ਜਦੋਂ ਵੀ ਪੌੜੀ ਦੀ ਸਮਾਪਤੀ ਹੋਵੇ। ਸੋ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮ ਮੁਤਾਬਕ ਵਾਹ ਵਾਹ ਸੱਚੇ ਪਾਤਸ਼ਾਹ ਇਹ ਪੰਕਤੀ ਪੜ੍ਹ ਰਹੇ ਹਾਂ। ਇਹ ਸੱਚੇ ਪਾਤਸ਼ਾਹ ਤੂੰ ਅਚਰਜ ਸਰੂਪ ਤੇ ਵਿਸਮਾਦ ਰੂਪ ਹੈ। ਤੂੰ ਸੱਚੀ ਨਾਈ। ਔਰ ਤੂੰ ਹੀ ਸੱਚੀ ਮਹਿਮਾ ਸੱਚੀ ਆਵਾਜ਼ ਵਾਲਾ ਹੈ। ਸੱਚੇ ਤੇਰਾ ਨਾਮ ਹੈ, ਸੱਚੀ ਤੇਰੀ ਵਡਿਆਈ ਹੈ। ਸੋ ਉਹ ਕਿਆ ਸਲਾਹੀ ਕਰਮ ਜੰਤ ਵੱਡੀ ਤੇਰੀ ਵਡਿਆਈ। ਅਸੀਂ ਤਾਂ ਤੁਸ਼ ਬੁੱਧੀ ਵਾਲੇ ਛੋਟੇ ਜਿਹੇ ਜੀਵ ਆ। ਤੇਰੀ ਵਡਿਆਈ ਵੱਡੀ ਵਡਿਆਈ ਜਾਂ ਵੱਡਾ ਨਾਮ, ਵੱਡੀ ਵਡਿਆਈ ਜਾਂ ਸੱਚ ਨਿਆਓ, ਵੱਡੀ ਵਡਿਆਈ ਜਾਂ ਨਿਚਲ ਥਾਓ, ਵੱਡੀ ਵਡਿਆਈ ਬੁੱਝੇ ਸਭ ਪਾਓ, ਵੱਡੀ ਵਡਿਆਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ। ਇੰਨੀ ਤੇਰੀ ਵੱਡੀ ਵਡਿਆਈ ਹੈ ਆਪਾਂ ਨਹੀਂ ਇੱਕ ਜ਼ਬਾਨ ਨਾਲ ਕਰ ਸਕਦੇ। ਤੂੰ ਸੱਚੀ ਵਡਿਆਈ ਸੱਚੀ ਮਹਿਮਾ ਵਾਲਾ ਹੈ। ਇੱਥੇ ਸਾਧ ਸੰਗਤ ਜੀਓ 10ਵੀਂ ਪੌੜੀ ਸਮਾਪਤ ਹੋਈ ਹੈ ਜੀ। ਭੁੱਲ ਚੁੱਕ ਮਾਫ ਕਰਨੀ, ਅੱਗੇ ਦੋਸ ਮਤ ਬਖਸ਼ਣੀ। ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ। ਵਾਹੋ ਵਾਹੋ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਕੀ ਫਤਿਹ।